ਅੱਜ ਦੀ ਕਹਾਣੀ ਦਾ ਨਾਂ ਹੈ ਰਾਜੇ ਦੇ ਮੁੰਡੇ ਤੇ ਸਿਆਣਾ ਜੱਟ। ਕਹਿੰਦੇ ਇੱਕ ਵਾਰੀ ਇੱਕ ਰਾਜਾ ਸੀ, ਉਹਦੇ 3 ਪੁੱਤ ਸੀ। ਉਹ ਤਿੰਨੇ ਪੂਰੇ ਸਿਆਣੇ ਅਤੇ ਵਿਦਵਾਨ ਸੀ। ਰਾਜਾ ਉਹਨਾਂ ਨੂੰ ਕਹਿੰਦਾ ਬਈ ਮੈਂ ਤੁਹਾਨੂੰ ਹੀਰੇ ਮੋਤੀ ਦਿੰਦਾ ਅਤੇ ਤੁਸੀਂ ਮੇਰੇ ਮਰਨ ਮਗਰੋਂ ਇਹ ਆਪਸ 'ਚ ਵੰਡ ਲਿਓ। ਤਿੰਨੇ ਮੁੰਡਿਆਂ ਨੇ ਸਲਾਹ ਕੀਤੀ ਵੀ ਆਪਾਂ ਇਹਨਾਂ ਹੀਰੇ ਮੋਤੀਆਂ ਨੂੰ ਕਿਤੇ ਦੱਬ ਦਈਏ। ਉਹ ਕਹਿੰਦੇ ਆਪਾਂ ਇਹਨਾਂ ਨੂੰ ਉਸ ਥਾਂ 'ਤੇ ਦੱਬੀਏ ਕਿ ਆਪਣੇ ਤੋਂ ਬਿਨਾਂ ਕਿਸੇ ਹੋਰ ਨੂੰ ਨਾ ਪਤਾ ਲੱਗੇ। ਲਓ ਜੀ, ਉਹਨਾਂ ਨੇ ਹੀਰੇ ਅਤੇ ਮੋਤੀ ਦੱਬਤੇ। ਰੱਬ ਦੀ ਕਰਨੀ 3-4 ਮਹੀਨਿਆਂ ਮਗਰੋਂ ਰਾਜਾ ਮਰ ਗਿਆ। ਉਹਨਾਂ ਨੇ ਕੀ ਕਰਿਆ, ਜਦੋਂ ਉਹਨਾਂ ਨੇ ਉਹੀ ਜਾ ਕੇ ਥਾਂ ਪੱਟੀ ਤਾਂ ਉੱਥੇ ਦੇਖਿਆ ਕਿ ਉੱਥੇ ਤਾਂ ਕੋਈ ਹੀਰੇ ਮੋਤੀ ਹੈ ਹੀ ਨਹੀਂ ਸੀ। ਉਹਨਾਂ 'ਚੋਂ ਇੱਕ ਕਹਿੰਦਾ ਬਈ ਆਪਣੇ ਤਿੰਨਾਂ ਦੇ ਕੋਲੋਂ ਆਪਾਂ ਤਿੰਨਾਂ ਨੂੰ ਹੀ ਪਤਾ ਸੀ ਅਤੇ ਤਿੰਨਾਂ ਕੋਲ ਹੀ ਕਿਸੇ ਇੱਕ ਬੰਦੇ ਨੂੰ ਜ਼ਰੂਰ ਪਤਾ, ਹੀਰੇ ਉਹਦੇ ਕੋਲ ਹੀ ਨੇ। ਕੋਈ ਵੀ ਨਾ ਬੋਲਿਆ। ਫਿਰ ਬੜਾ ਭਰਾ ਕਹਿੰਦਾ ਐਂ ਤਾਂ ਕਿਸੇ ਨੇ ਮੰਨਣਾ ਨਹੀਂ, ਐਂ ਕਰਦੇ ਹਾਂ ਕਿਸੇ ਸਿਆਣੇ ਬੰਦੇ ਕੋਲ ਚੱਲਦੇ ਹਾਂ ਅਤੇ ਉਹ ਤੋਂ ਫੈਸਲਾ ਕਰਾਉਂਦੇ ਹਾਂ। ਕਹਿੰਦੇ ਠੀਕ ਆ ਭਾਈ। ਅਗਲੇ ਦਿਨ ਤਿੰਨੇ ਘਰੋਂ ਤੁਰ ਪਏ। ਰਾਹ 'ਚ ਛੋਟਾ ਭਰਾ ਬੋਲਿਆ, ਕਹਿੰਦਾ ਜਿੱਥੋਂ ਆਪਾਂ ਲੰਘ ਰਹੇ ਹਾਂ ਨਾ ਰਾਹ 'ਚੋਂ, ਇੱਥੋਂ ਕਹਿੰਦਾ ਊਂਠ ਲੰਘਿਆ ਲੱਗਦਾ। ਵਿਚਕਾਰਲਾ ਮੁੰਡਾ ਕਹਿੰਦਾ ਊਂਠ ਬਹੁਤ ਬੜਾ ਸੀ ਅਤੇ ਉਹਦੇ 'ਤੇ ਗੁੜ ਲੱਦਿਆ ਹੋਇਆ ਸੀ। ਵੱਡਾ ਮੁੰਡਾ ਕਹਿੰਦਾ ਊਂਠ ਕਾਣਾ ਵੀ ਸੀ ਅਤੇ ਉਹਦੀ ਪੂੰਛ ਹੈ ਨਹੀਂ ਸੀ, ਊਂਠ ਲੰਡਾ ਸੀ। ਉੱਥੇ ਉਹਨਾਂ ਦੇ ਪਿੱਛੇ ਹੀ ਊਂਠ ਦਾ ਮਾਲਕ ਤੁਰਿਆ ਆਉਂਦਾ ਸੀ। ਉਹਨੇ ਸੋਚਿਆ ਵੀ ਮੇਰਾ ਊਂਠ ਇਹਨਾਂ ਦੇ ਕੋਲ ਹੀ ਹੈ, ਜਿਹੜਾ ਇਹਨਾਂ ਨੂੰ ਊਂਠ ਬਾਰੇ ਇੰਨਾ ਕੁਛ ਪਤਾ। ਉਹ ਉਹਨਾਂ ਨੂੰ ਕਹਿੰਦਾ ਬਈ ਮੇਰਾ ਊਂਠ ਤੁਹਾਡੇ ਕੋਲ ਹੈ ਅਤੇ ਮੇਰਾ ਊਂਠ ਵਾਪਸ ਦਿਓ। ਉਹ ਕਹਿੰਦੇ ਭਲਿਆ ਮਾਨਸਾ, ਅਸੀਂ ਤਾਂ ਤੇਰਾ ਊਂਠ ਦੇਖਿਆ ਵੀ ਨਹੀਂ। ਉਹ ਕਹਿੰਦਾ ਫਿਰ ਚਲੋ, ਫਿਰ ਸਿਆਣੇ ਕੋਲ ਚੱਲਦੇ ਹਾਂ, ਉਹੀ ਫੈਸਲਾ ਕਰੂਗਾ। ਲਓ ਜੀ, ਉਹ ਵੀ ਨਾਲ ਹੀ ਚੱਲ ਪਿਆ। ਗਾਹਾਂ ਫੇਰ ਤੁਰ ਪਏ। ਚਲੇ ਚਾਲ, ਅਚਾਨਕ ਛੋਟਾ ਮੁੰਡਾ ਕਹਿੰਦਾ ਇੱਥੋਂ ਇੱਕ ਜਨਾਨੀ ਲੰਘੀ ਹੈ ਅਤੇ ਜਿਹੜੀ ਕਹਿੰਦੇ ਘਰੋਂ ਰੁੱਸ ਕੇ ਗਈ ਹੋਈ ਹੈ। ਵਿਚਕਾਰਲਾ ਮੁੰਡਾ ਕਹਿੰਦਾ ਉਹ ਜਾਤ ਦੀ ਜਲਾਹੀ ਹੈ। ਵੱਡਾ ਮੁੰਡਾ ਕਹਿੰਦਾ ਹਾਂ, ਉਹਦੇ ਕਹਿੰਦਾ ਜਵਾਕ ਹੋਣ ਵਾਲਾ ਵੀ ਹੈ। ਉਹਦਾ ਜਨਾਨੀ ਦਾ ਘਰ ਵਾਲਾ ਵੀ ਮਗਰੇ ਹੀ ਆਉਂਦਾ ਸੀ। ਉਹਨੇ ਗੱਲ ਸੁਣ ਲਈ। ਉਹ ਕਹਿੰਦਾ ਜ਼ਰੂਰ ਮੇਰੀ ਘਰ ਵਾਲੀ ਇਹਨਾਂ ਦੇ ਕੋਲ ਹੀ ਹੋਊਗੀ। ਉਹ ਉਹਨਾਂ ਨੂੰ ਆ ਕੇ ਕਹਿੰਦਾ ਦੱਸੋ ਮੇਰੀ ਘਰ ਵਾਲੀ ਕਿੱਥੇ ਹੈ। ਉਹ ਕਹਿੰਦੇ ਅਸੀਂ ਤਾਂ ਦੇਖੀ ਵੀ ਨਹੀਂ। ਉਹ ਨਾ ਮੰਨਿਆ, ਕਹਿੰਦਾ ਐਂ ਕਰੋ ਚਲੋ ਸਿਆਣੇ ਕੋਲ, ਉਹੀ ਫੈਸਲਾ ਕਰੂਗਾ। ਚਲੋ ਜੀ, ਉਹ ਵੀ ਨਾਲ ਹੀ ਚੱਲ ਪਿਆ। ਪਹਿਲਾਂ ਉਹ ਊਂਠ ਵਾਲਾ ਕਹਿੰਦਾ ਸਿਆਣੇ ਕੋਲ ਜਾ ਕੇ ਕਹਿੰਦਾ ਦੇਖੋ ਜੀ, ਇਹਨੇ ਤਿੰਨੇ ਭਰਾਵਾਂ ਨੇ ਮੇਰਾ ਊਂਠ ਚੋਰੀ ਕਰ ਲਿਆ। ਉਹ ਸਿਆਣਾ ਜੱਟ ਕਹਿੰਦਾ ਤੈਨੂੰ ਕਿਵੇਂ ਪਤਾ ਵੀ ਇਹਨਾਂ ਨੇ ਤੇਰਾ ਊਂਠ ਚੋਰੀ ਕਰ ਲਿਆ। ਉਹ ਕਹਿੰਦਾ ਜੀ ਊਂਠ ਦੀਆਂ ਸਾਰੀਆਂ ਨਿਸ਼ਾਨੀਆਂ ਦੱਸੀਆਂ ਇਹਨਾਂ ਨੇ ਵੀ ਇਹ ਬਹੁਤ ਬੜਾ ਸੀ। ਹਾਂ, ਕਹਿੰਦਾ ਮੇਰਾ ਊਂਠ ਬੜਾ ਸੀ, ਊਂਠ ਕਾਣਾ ਸੀ ਅਤੇ ਉਹਦੇ ਉੱਤੇ ਗੁੜ ਲੱਦਿਆ ਹੋਇਆ ਸੀ ਅਤੇ ਊਂਠ ਲੰਡਾ ਸੀ। ਇਹ ਤਾਂ ਸਾਰੀਆਂ ਕਹਿੰਦਾ ਗੱਲਾਂ ਨਿਸ਼ਾਨੀਆਂ ਮੇਰੇ ਊਂਠ ਦੀਆਂ ਨੇ। ਉਹ ਸਿਆਣਾ ਤਿੰਨੇ ਭਰਾਵਾਂ ਨੂੰ ਕਹਿੰਦਾ ਦੱਸੋ ਭਾਈ, ਤੁਹਾਨੂੰ ਇਹ ਨਿਸ਼ਾਨੀਆਂ ਕਿਵੇਂ ਪਤਾ ਲੱਗੀਆਂ। ਛੋਟਾ ਮੁੰਡਾ ਕਹਿੰਦਾ ਹਜ਼ੂਰ, ਮੈਂ ਤਾਂ ਕਹਿੰਦਾ ਊਂਠ ਦੀਆਂ ਬੜੀਆਂ ਬੜੀਆਂ ਪੈੜਾਂ ਤੋਂ ਅੰਦਾਜ਼ਾ ਲਾਇਆ ਵੀ ਇੱਥੋਂ ਦੀ ਬਹੁਤ ਬੜਾ ਊਂਠ ਲੰਘਿਆ। ਸਿਆਣਾ ਕਹਿੰਦਾ ਫਿਰ ਤੁਹਾਨੂੰ ਇਹ ਕਿਵੇਂ ਪਤਾ ਲੱਗਿਆ ਵੀ ਊਂਠ ਦੇ ਉੱਤੇ ਗੁੜ ਲੱਦਿਆ ਹੋਇਆ ਸੀ ਅਤੇ ਊਂਠ ਕਾਣਾ ਸੀ। ਵਿਚਕਾਰਲਾ ਮੁੰਡਾ ਕਹਿੰਦਾ ਹਜ਼ੂਰ, ਊਂਠ ਨੇ ਰਸਤੇ ਦੇ ਇੱਕ ਪਾਸੇ ਦੀਆਂ ਟਾਹਣੀਆਂ ਚਰੀਆਂ ਹੋਈਆਂ ਸੀ ਅਤੇ ਇੱਕ ਪਾਸੇ ਜਮਾਂ ਸਾਬਤੀਆਂ ਸੀ। ਦਰਖਤ ਦੀਆਂ ਦੋਵੇਂ ਪਾਸੇ ਟਾਹਣੀਆਂ, ਉੱਥੇ ਮੱਖੀਆਂ ਵੀ ਬੈਠੀਆਂ ਸੀ ਅਤੇ ਮੈਂ ਉਦੋਂ ਅੰਦਾਜ਼ਾ ਲਾਇਆ ਵੀ ਊਂਠ ਕਾਣਾ ਹੈ ਅਤੇ ਉਹਦੇ ਉੱਤੇ ਗੁੜ ਲੱਦਿਆ ਹੋਇਆ ਸੀ। ਸਿਆਣਾ ਉਹਨਾਂ ਨੂੰ ਕਹਿੰਦਾ ਫਿਰ ਇਹ ਕਿਵੇਂ ਪਤਾ ਲੱਗਿਆ ਵੀ ਊਂਠ ਲਾਂਡਾ ਸੀ। ਬੜਾ ਮੁੰਡਾ ਕਹਿੰਦਾ ਹਜ਼ੂਰ, ਊਂਠ ਜਿੱਥੇ ਬੈਠਾ ਸੀ ਉੱਥੇ ਉਹਨੇ ਪੂੰਛ ਨਹੀਂ ਸੀ ਮਾਰੀ ਹੋਈ, ਉੱਥੋਂ ਮੈਂ ਅੰਦਾਜ਼ਾ ਲਾਇਆ ਵੀ ਊਂਠ ਲਾਣਾ ਹੀ ਹੈ। ਸਿਆਣਾ ਕਹਿੰਦਾ ਊਂਠ ਵਾਲੇ ਨੂੰ ਲੈ ਬਈ, ਕਹਿੰਦਾ ਇਹ ਤਿੰਨਾਂ ਕੋਲ ਹੀ ਹੈ ਨਹੀਂ ਤੇਰਾ ਊਂਠ, ਤੂੰ ਕਿਤੇ ਹੋਰ ਜਾ ਕੇ ਭਾਲ। ਫਿਰ ਸਿਆਣਾ ਉਹਦੇ ਨਾਲ ਗੱਲ ਕੀਤੀ ਜਿਹਦੀ ਘਰ ਵਾਲੀ ਗਵਾਚ ਗਈ ਸੀ। ਉਹ ਕਹਿੰਦਾ ਹਾਂ ਬਈ, ਤੂੰ ਦੱਸ ਤੂੰ ਕਿਵੇਂ ਆਇਆ। ਉਹ ਕਹਿੰਦਾ ਜੀ ਇਹਨਾਂ ਤਿੰਨਾਂ ਨੇ ਮੇਰੀ ਘਰ ਵਾਲੀ ਲੁਕਾ ਲਈ, ਮੈਂ ਤਾਂ ਆਇਆ ਤੁਹਾਡੇ ਕੋਲ। ਸਿਆਣਾ ਕਹਿੰਦਾ ਤੈਨੂੰ ਕਿਵੇਂ ਪਤਾ ਲੱਗਿਆ ਵੀ ਇਹਨਾਂ ਨੇ ਤੇਰੀ ਘਰ ਵਾਲੀ ਲੁਕਾ ਲਈ। ਉਹ ਕਹਿੰਦਾ ਜੀ ਇਹਨਾਂ ਨੇ ਉਹਦੀਆਂ ਸਾਰੀਆਂ ਨਿਸ਼ਾਨੀਆਂ ਦੱਸੀਆਂ ਨੇ ਬਈ ਉਹ ਘਰੋਂ ਰੁੱਸ ਕੇ ਗਈ ਸੀ ਅਤੇ ਜਾਤ ਉਹਦੀ ਕੀ ਸੀ ਅਤੇ ਉਹਦੇ ਜਵਾਕ ਹੋਣ ਵਾਲਾ ਸੀਗਾ। ਛੋਟਾ ਮੁੰਡਾ ਕਹਿੰਦਾ ਹਜ਼ੂਰ, ਮੈਂ ਤਾਂ ਕਹਿੰਦਾ ਪੈੜਾਂ ਤੋਂ ਅੰਦਾਜ਼ਾ ਲਾਇਆ ਵੀ ਇੱਥੋਂ ਕੋਈ ਤੀਵੀਂ ਲੰਘੀ ਆ ਅਤੇ ਰਾਹ 'ਚ ਉਹਦੀਆਂ ਪੈੜਾਂ ਕਿਤੇ ਕਿਤੇ ਪਿੱਛੇ ਮੁੜ ਕੇ ਫਿਰ ਅੱਗੇ ਨੂੰ ਚਲੀਆਂ ਜਾਂਦੀਆਂ ਸੀ ਅਤੇ ਇੱਥੋਂ ਮੈਂ ਅੰਦਾਜ਼ਾ ਲਾਇਆ ਵੀ ਉਹ ਨਾ ਘਰੋਂ ਰੁੱਸ ਕੇ ਗਈ ਹੈ।
ਕਿਉਂਕਿ ਜਦੋਂ ਕੋਈ ਘਰੋਂ ਰੁੱਸ ਕੇ ਜਾਂਦਾ ਤਾਂ ਉਹ ਮਗਰ ਮੁੜ ਕੇ ਦੇਖਦਾ ਵੀ ਮੇਰੇ ਪਿੱਛੇ ਕੋਈ ਆਉਂਦਾ ਤਾਂ ਨਹੀਂ। ਸਿਆਣਾ ਵਿਚਕਾਰਲੇ ਮੁੰਡੇ ਨੂੰ ਕਹਿੰਦਾ, ਬਈ ਤੈਨੂੰ ਕਿਵੇਂ ਪਤਾ ਲੱਗਿਆ ਵੀ ਉਹ ਜਾਤ ਉਹਨਾਂ ਦੀ ਜੁਲਾਹੇ ਦੇ ਸੀਗੇ, ਜੁਲਾਹੇ ਨੇ? ਉਹ ਕਹਿੰਦਾ, ਜੀ ਹਜ਼ੂਰ, ਜੁਲਾਹੇ ਆਪਦੇ ਪੈਰ ਦੀ ਪੂਰੀ ਤਾਲ ਬਣਾ ਕੇ ਰੱਖਦੇ ਹੁੰਦੇ ਆ, ਅਤੇ ਮੈਂ ਉਹਦੀ ਪੈੜ ਤੋਂ ਅੰਦਾਜ਼ਾ ਲਾ ਲਿਆ ਵੀ ਇਹ ਕਿਹਨਾਂ ਦੇ ਕਿਹੜੀ ਜਾਤ ਹੋ ਸਕਦੀ ਹੈ ਇਹਨਾਂ ਦੀ। ਸਿਆਣਾ ਕਹਿੰਦਾ, ਚੱਲ ਇਹ ਵੀ ਠੀਕ ਹੈ, ਪਰ ਤੈਨੂੰ ਇਹ ਕਿਵੇਂ ਪਤਾ ਲੱਗ ਗਿਆ ਵੀ ਉਹ ਦੇ ਜਵਾਕ ਹੋਣ ਵਾਲਾ ਸੀ? ਵੱਡਾ ਮੁੰਡਾ ਕਹਿੰਦਾ, ਹਜ਼ੂਰ, ਜੇ ਕਿਸੇ ਜਨਾਨੀ ਨੂੰ ਜਵਾਕ ਹੋਣ ਵਾਲਾ ਹੋਵੇ ਤਾਂ ਉਹ ਥੱਲੇ ਬੈਠ ਕੇ ਆਪਦੇ ਦੋਵੇਂ ਹੱਥ ਥੱਲੇ ਰੱਖ ਕੇ ਉੱਠ ਸਕਦੀ ਆ, ਉਹ ਨਹੀਂ ਉੱਠ ਸਕਦੀ। ਇੱਕ ਥਾਂ 'ਤੇ ਰਾਹ ਵਿੱਚ ਉਹ ਬੈਠੀ ਵੀ ਸੀ ਅਤੇ ਉਹ ਦੁਬਾਰਾ ਉੱਠ ਕੇ ਤੁਰੀ ਸੀ, ਅਤੇ ਮੈਂ ਉੱਥੋਂ ਅੰਦਾਜ਼ਾ ਲਾਇਆ ਵੀ ਉਹਦੇ ਜਵਾਕ ਹੋਣ ਵਾਲਾ। ਸਿਆਣਾ ਕਹਿੰਦਾ, ਠੀਕ ਹੈ। ਉਹਨਾਂ ਨੇ ਉਸ ਬੰਦੇ ਨੂੰ ਕਹਿਤਾ ਜਿਹਦੀ ਘਰ ਵਾਲੀ ਗਵਾਚੀ ਸੀ ਵੀ ਇਹਨਾਂ ਤਿੰਨਾਂ ਨੇ ਸਿੱਧ ਕਰਤਾ ਵੀ ਤੇਰੀ ਘਰ ਵਾਲੀ ਇਹਨਾਂ ਕੋਲ ਨਹੀਂ ਹੈਗੀ, ਤੂੰ ਆਪਣੀ ਘਰ ਵਾਲੀ ਨੂੰ ਕਿਤੇ ਹੋਰ ਜਾ ਕੇ ਭਾਲ। ਹੁਣ ਉਹ ਸਿਆਣਾ ਤਿੰਨੇ ਭਰਾਵਾਂ ਨੂੰ ਕਹਿੰਦਾ, ਹੁਣ ਤੁਸੀਂ ਦੱਸੋ, ਤੁਸੀਂ ਕਿਵੇਂ ਆਏ ਸੀ? ਉਹਨਾਂ ਨੇ ਆਪਣੀ ਸਾਰੀ ਗੱਲ ਦੱਸੀ। ਉਹ ਸਿਆਣਾ ਉਹਨਾਂ ਨੂੰ ਕਹਿੰਦਾ, ਤੁਸੀਂ ਆਪ ਤਿੰਨੇ ਬਹੁਤ ਸਿਆਣੇ ਹੋ, ਤੁਹਾਡੀ ਆਪਣੀ ਸਮੱਸਿਆ ਦਾ ਆਪ ਹੱਲ ਕਰ ਸਕਦੇ ਹੋ। ਉਹ ਕਹਿੰਦੇ, ਹਜ਼ੂਰ, ਜੇ ਅਸੀਂ ਆਪ ਕਰ ਸਕਦੇ ਹੁੰਦੇ ਤਾਂ ਫਿਰ ਤੁਹਾਡੇ ਕੋਲ ਕਾਹਤੋਂ ਆਉਂਦੇ? ਸਿਆਣਾ ਉਹਨਾਂ ਨੂੰ ਕਹਿੰਦਾ, ਤੁਸੀਂ ਐਂ ਕਰੋ, ਅੱਜ ਮੇਰੇ ਕੋਲ ਠਹਿਰ ਜਾਓ, ਆਪਾਂ ਕੱਲ੍ਹ ਨੂੰ ਕਰਾਂਗੇ ਕੋਈ ਗੱਲ। ਸਿਆਣੇ ਨੇ ਆਪਦਾ ਮੰਜਾ ਉਹਨਾਂ ਦੇ ਕੋਲ ਹੀ ਡਾਹ ਲਿਆ। ਜਦੋਂ ਉਹ ਰਾਤ ਨੂੰ ਪੈ ਗਏ ਤਾਂ ਸਿਆਣਾ ਉਹਨਾਂ ਨੂੰ ਬਾਤ ਸੁਣਾਉਣ ਲੱਗ ਪਿਆ। ਉਹ ਕਹਿੰਦੇ, ਇੱਕ ਸੀਗਾ ਜੱਟ ਅਤੇ ਉਹਦੀ ਕੁੜੀ ਦਾ ਆ ਗਿਆ ਵਿਆਹ। ਜੱਟ ਪਿੰਡ ਦੇ ਬਾਣੀਏ ਦੇ ਕੋਲ ਗਿਆ। ਬਾਣੀਏ ਨੂੰ ਕਹਿੰਦਾ, ਮੈਨੂੰ ਤਾਂ ਪੈਸਿਆਂ ਦੀ ਲੋੜ ਆ, ਪਰ ਬਾਣੀਏ ਨੇ ਜੱਟ ਨੂੰ ਜਵਾਬ ਦਿੱਤਾ। ਜੱਟ ਵਿਚਾਰਾ ਚੁੱਪ ਕਰਕੇ ਆਪਣੇ ਘਰੇ ਆ ਗਿਆ। ਦੂਏ ਦਿਨ ਜੱਟ ਦੀ ਕੁੜੀ ਬਾਣੀਏ ਦੇ ਮੁੰਡੇ ਕੋਲ ਗਈ ਅਤੇ ਉਹਨੂੰ ਕਹਿੰਦੀ, ਮੇਰਾ ਵਿਆਹ ਅਤੇ ਤੂੰ ਸਾਨੂੰ ਪੈਸੇ ਦੇ। ਬਾਣੀਏ ਦਾ ਮੁੰਡਾ ਕਹਿੰਦਾ, ਜਾਣਦਾ ਤਾਂ ਉਹਨੂੰ ਸੀਗਾ ਹੀ, ਕਿਉਂਕਿ ਇੱਕੋ ਪਿੰਡ ਦੇ ਸੀ। ਪੈਸੇ ਤਾਂ ਕਹਿੰਦਾ ਮੈਂ ਤੈਨੂੰ ਦੇ ਦੂੰਗਾ, ਪਰ ਆਏ ਆ, ਤੈਨੂੰ ਕਹਿੰਦਾ ਮੇਰੇ ਕੋਲ ਰਹਿਣਾ ਪਊਗਾ। ਜੱਟ ਦੀ ਕੁੜੀ ਨੂੰ ਗੁੱਸਾ ਆ ਗਿਆ ਵੀ ਸਾਡੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਉਂਦਾ, ਪਰ ਫਿਰ ਵੀ ਕਹਿੰਦੀ, ਕੋਈ ਗੱਲ ਨਹੀਂ, ਮੈਂ ਆ ਜਾਊਂਗੀ। ਬਾਣੀਏ ਦੇ ਮੁੰਡੇ ਨੇ ਜੱਟ ਨੂੰ ਪੈਸੇ ਦੇ ਦਿੱਤੇ। ਲਓ ਜੀ, ਕੁੜੀ ਦਾ ਵਿਆਹ ਹੋ ਗਿਆ। ਜਦੋਂ ਉਹ ਵਿਆਹੀ ਗਈ, ਆਪਣੇ ਸਹੁਰੇ ਗਈ, ਤਾਂ ਕੁੜੀ ਨੇ ਵਾਅਦੇ ਮੁਤਾਬਕ ਆਪਣੇ ਘਰ ਵਾਲੇ ਨੂੰ ਸਾਰੀ ਗੱਲ ਦੱਸਤੀ ਕਿ ਮੈਂ ਪਿੰਡ ਜਾਣਾ ਅਤੇ ਜਿਹੜੇ ਸਾਡੇ ਕੋਲ ਪੈਸੇ ਹੈ ਨਹੀਂ ਸੀ, ਜਿਹਨੇ ਪੈਸੇ ਤੈਨੂੰ ਦਿੱਤੇ ਆ ਬਾਣੀਆਂ ਨੇ, ਉਹਨੂੰ ਮੈਂ ਮਿਲ ਕੇ ਆਉਣਾ। ਉਹਦਾ ਆਦਮੀ ਕਹਿੰਦਾ, ਠੀਕ ਹੈ, ਜੇ ਤੂੰ ਆਈ ਚਾਹੁੰਦੀ ਆ ਤਾਂ ਹੀ ਠੀਕ ਹੈ। ਲਓ ਜੀ, ਉਹਨੂੰ ਭੇਜਤਾ। ਜਦੋਂ ਰਾਹ 'ਚ ਤੁਰੀ ਜਾਂਦੀ ਆ, ਉਹਨੂੰ ਰਾਹ 'ਚ ਡਾਕੂ ਟੱਕਰ ਗਏ। ਡਾਕੂ ਕਹਿੰਦੇ, ਸਾਰੇ ਗਹਿਣੇ ਗੱਟੇ ਲਾ ਦੇ। ਕੁੜੀ ਡਾਕੂ ਨੂੰ ਕਹਿੰਦੀ, ਭਾਈ ਅਸਲੀ ਆਹ ਗੱਲ ਆ, ਮੈਂ ਤਾਂ ਵਿਆਹ ਕਰਾ ਕੇ ਆਈ ਹਾਂ ਅਤੇ ਹੁਣ ਮੈਂ ਆਪਣੇ ਉੱਥੇ ਉਹਨਾਂ ਕੋਲ ਜਾਣਾ, ਬਾਣੀਏ ਕੋਲ, ਅਤੇ ਇਸ ਕਰਕੇ ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਤੁਹਾਨੂੰ ਮੈਨੂੰ ਇੱਕ ਵਾਰ ਉਹਨੂੰ ਮਿਲੇ ਆਉਣ ਦਿਓ, ਆ ਕੇ ਫਿਰ ਮੇਰੇ ਤੋਂ ਗਹਿਣੇ ਲੈ ਲਿਓ। ਚਲੋ ਜੀ, ਕਹਿੰਦੇ ਚਲੋ ਠੀਕ ਹੈ। ਉਹਨਾਂ ਨੇ ਕੁੜੀ ਨੂੰ ਛੱਡਤਾ। ਕੁੜੀ ਕਹਾਂ ਬਾਣੀਏ ਦੇ ਮੁੰਡੇ ਕੋਲ ਚਲੀ ਗਈ। ਹੁਣ ਬਾਣੀਏ ਦੇ ਮੁੰਡੇ ਨੇ ਸੋਚਿਆ ਵੀ ਆਪਣੇ ਪਿੰਡ ਦੀ ਕੁੜੀ ਹੈ, ਆਪਾਂ ਕਾਹਨੂੰ ਇਹਨੂੰ ਤੰਗ ਕਰਨਾ। ਉਹਨੇ ਉਹਨੂੰ ਕਿਹਾ, ਚੱਲ ਠੀਕ ਹੈ, ਜਾ। ਕਹਿੰਦਾ, ਕੋਈ ਗੱਲ ਨਹੀਂ, ਪੈਸੇ ਦੇਤੇ, ਤੁਹਾਨੂੰ ਮਾफ़ ਕੀਤਾ। ਹੁਣ ਜਦੋਂ ਕੁੜੀ ਮੁੜੀ ਆਉਂਦੀ ਆ ਡਾਕੂਆਂ ਦੇ ਕੋਲੋਂ, ਤਾਂ ਡਾਕੂ ਉਹਨੂੰ ਕਹਿੰਦੇ, ਭਾਈ ਅਸੀਂ ਵੀ ਤੇਰੇ ਤੋਂ ਗਹਿਣੇ ਨਹੀਂ ਲੈਂਦੇ, ਛੱਡ ਪਰਾਂ, ਸਾਡਾ ਮਨ ਵੀ ਬਦਲ ਗਿਆ। ਡਾਕੂਆਂ ਨੂੰ ਵੀ ਤਰਸ ਆ ਗਿਆ। ਉਹ ਆਪਣੇ ਘਰ ਮੁੜ ਆਈ। ਹੁਣ ਸਿਆਣਾ ਤਿੰਨੇ ਭਰਾਵਾਂ ਨੂੰ ਉਹ ਸਵਾਲ ਪੁੱਛਦਾ ਵੀ ਤੁਸੀਂ ਮੈਨੂੰ ਐਂ ਦੱਸੋ, ਕੌਣ ਚੰਗਾ? ਕੁੜੀ ਦਾ ਘਰ ਵਾਲਾ ਚੰਗਾ ਸੀ ਜਿਹਨੇ ਉਹ ਭੇਜਤੀ, ਜਾਂ ਡਾਕੂ ਚੰਗੇ ਸੀ ਜਿਹਨੇ ਉਹਦੇ ਗਹਿਣੇ ਨਹੀਂ ਟੁੱਟੇ, ਜਾਂ ਉਹ ਬਾਣੀਏ ਦਾ ਮੁੰਡਾ ਚੰਗਾ ਸੀ? ਵੱਡਾ ਮੁੰਡਾ ਕਹਿੰਦਾ, ਹਜ਼ੂਰ, ਉਹਦਾ ਘਰ ਵਾਲਾ ਸਭ ਤੋਂ ਚੰਗਾ ਸੀ, ਜਿਹਨੇ ਇੱਕ ਤਰ੍ਹਾਂ ਦੀ ਕੁਰਬਾਨੀ ਦਿੱਤੀ ਹੈ ਅਤੇ ਆਪਣੀ ਘਰ ਵਾਲੀ ਭੇਜਤੀ। ਵਿਚਕਾਰਲਾ ਮੁੰਡਾ ਕਹਿੰਦਾ, ਹਜ਼ੂਰ, ਡਾਕੂ ਚੰਗੇ ਸੀ ਜਿਨ੍ਹਾਂ ਨੇ ਕਹਿੰਦਾ ਗਹਿਣੇ ਮੋੜ ਤੇ ਲਏ ਹੀ ਨਹੀਂ। ਛੋਟਾ ਮੁੰਡਾ ਕਹਿੰਦਾ, ਹਜ਼ੂਰ, ਬਾਣੇ ਦਾ ਮੁੰਡਾ ਚੰਗਾ ਸੀ ਜਿਹਨੂੰ ਆਪਦੇ ਪਿੰਡ ਦੀ ਕੁੜੀ 'ਤੇ ਤਰਸ ਆ ਗਿਆ। ਸਿਆਣਾ ਕਹਿੰਦਾ, ਬਈ ਤੁਹਾਡੇ ਹੀਰੇ ਮੋਤੀ ਆ ਵਿਚਕਾਰਲੇ ਮੁੰਡੇ ਕੋਲ ਨੇ, ਇਹ ਤੋਂ ਆਪਦੇ ਹੀਰੇ ਮੋਤੀ ਲੈ ਲਓ। ਵਿਚਕਾਰਲਾ ਮੁੰਡਾ ਵੀ ਮੰਨ ਗਿਆ, ਕਹਿੰਦਾ, ਹਾਂ, ਮੇਰੇ ਕੋਲ ਹੀ ਨੇ ਸਾਰੇ ਹੀਰੇ ਮੋਤੀ। ਹੁਣ ਉਹ ਸਿਆਣੇ ਨੂੰ ਕਹਿੰਦੇ, ਹਜ਼ੂਰ, ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਸਾਡੇ ਤਿੰਨੇ ਭਰਾਵਾਂ 'ਚੋਂ ਆ ਵਿਚਕਾਰਲੇ ਕੋਲ ਨੇ ਹੀਰੇ ਜਿਹੜੇ ਮੋਤੀ ਸੀਗੇ, ਜਿਹੜਾ ਸਾਡਾ ਪਿਓ ਛੱਡ ਕੇ ਗਿਆ ਸੀ? ਸਿਆਣਾ ਕਹਿੰਦਾ ਵੀ ਇਹ ਕਹਿੰਦਾ ਸੀ ਵੀ ਉਹ ਡਾਕੂ ਚੰਗੇ ਸੀ ਜਿਨ੍ਹਾਂ ਨੇ ਉਹਨਾਂ ਨੂੰ ਲੁੱਟ ਲਿਆ, ਠੀਕ ਹੈ ਨਾ, ਅਤੇ ਇਹਨੂੰ ਡਾਕੂ ਹੀ ਚੰਗੇ ਲੱਗੇ। ਜਿੱਦਾਂ ਦੀ ਇਹਦੀ ਸੋਚ ਹੁੰਦੀ ਹੈ, ਬੰਦਾ ਉਵੇਂ ਹੀ ਕੰਮ ਕਰਦਾ ਹੁੰਦਾ ਹੈ ਨਾ, ਅਤੇ ਇਸ ਕਰਕੇ ਮੈਂ ਇੱਥੋਂ ਅੰਦਾਜ਼ਾ ਲਾਇਆ
ਕਿ ਹੋਵੇ ਨਾ ਹੋਵੇ ਇਹ ਸਾਰੇ ਇਹਦੇ ਕੋਲ ਹੀ ਹੋਣੇ ਆ। ਲਓ ਜੀ, ਉਹਨਾਂ ਨੂੰ ਪਤਾ ਲੱਗ ਗਿਆ ਅਤੇ ਵਿਚਕਾਰਲੇ ਮੁੰਡੇ ਨੇ ਹੀਰੇ ਮੋਤੀ ਕੱਢ ਕੇ ਦੇਤੇ। ਤਿੰਨੇ ਭਰਾਵਾਂ ਨੇ ਆਪਸ 'ਚ ਵੰਡ ਲਏ। ਅਤੇ ਇਹ ਸੀ ਅੱਜ ਦੀ ਕਹਾਣੀ, ਰਾਜਾ ਤੇ ਮੁੰਡੇ ਅਤੇ ਸਿਆਣਾ ਜੱਟ। ਸੋ ਮਿਲਦੇ ਹਾਂ ਇਹੋ ਜਿਹੀ ਇੱਕ ਹੋਰ ਕਹਾਣੀ ਦੇ ਨਾਲ। ਤਦ ਤੱਕ ਲਈ ਸ਼ੁਕਰੀਆ। ਜਿਉਂਦੇ ਵੱਸਦੇ ਰਹੋ। ਸੱਤੇ ਖਹਿਰਾ। ਸਵਾਗਤ ਹੈ ਤੁਹਾਡਾ ਸਭ ਦਾ ਮਾਲਵੇ ਦੀਆਂ ਬਾਤਾਂ ਪ੍ਰੋਗਰਾਮ 'ਚ। ਇਸੇ ਲੜੀ ਹੇਠ ਸੁਣੀਏ ਅੱਜ ਦੀ ਕਹਾਣੀ, ਰਾਜਾ ਤੇ ਸਿਆਣਾ ਜੱਟ। ਇੱਕ ਵਾਰੀ ਇੱਕ ਜੱਟ ਬੋਲ ਦੀ ਰਾਖੀ ਬੈਠਾ ਸੀ। ਉੱਥੇ ਇੱਕ ਰਾਜਾ ਸ਼ਿਕਾਰ ਖੇਡਦਾ ਖੇਡਦਾ ਆ ਗਿਆ। ਰਾਜੇ ਨੇ ਜਦੋਂ ਜੱਟ ਦੇ ਕੋਲੋਂ ਦੀ ਲੰਘਿਆ ਤਾਂ ਸੋਚਿਆ ਵੀ ਆਪਾਂ ਇਸ ਬੰਦੇ ਨੂੰ ਪੁੱਛ ਲੈਂਦੇ ਹਾਂ ਵੀ ਹਿਰਨ ਕਿੱਧਰ ਨੂੰ ਲੰਘਿਆ। ਉਹ ਜੱਟ ਸੀਗਾ ਅੰਨਾ। ਰਾਜਾ ਉਹਨੂੰ ਕਹਿੰਦਾ, ਭਾਈ ਸਾਹਿਬ ਹਿਰਨ ਕਿੱਧਰ ਨੂੰ ਲੰਘਿਆ? ਜੱਟ ਉਹਨੂੰ ਕਹਿੰਦਾ, ਮਹਾਰਾਜ ਹਿਰਨ ਇੱਧਰ ਨੂੰ ਗਿਆ। ਰਾਜਾ ਚਲਿਆ ਗਿਆ। ਮਗਰੋਂ ਵਜ਼ੀਰ ਆ ਗਿਆ। ਉਹ ਵੀ ਜੱਟ ਨੂੰ ਆ ਕੇ ਪੁੱਛਦਾ, ਉਹ ਜੱਟਾ ਹਿਰਨ ਕਿੱਧਰ ਨੂੰ ਗਿਆ? ਜੱਟ ਕਹਿੰਦਾ, ਵਜ਼ੀਰ ਸਾਹਿਬ ਹਿਰਨ ਇੱਧਰ ਨੂੰ ਗਿਆ। ਵਜ਼ੀਰ ਵੀ ਚਲਿਆ ਗਿਆ। ਉਹਦੇ ਮਗਰ ਗੁਲਾਮ ਆ ਗਏ। ਉਹਨਾਂ ਨੇ ਸੋਚਿਆ ਵੀ ਆਪਾਂ ਵੀ ਇਹ ਤੋਂ ਪੁੱਛ ਲੈਂਦੇ ਹਾਂ ਹਿਰਨ ਕਿੱਧਰ ਨੂੰ ਗਿਆ। ਗੁਲਾਮ ਕਹਿੰਦੇ, ਉਹ ਅੰਨਿਆ ਹਿਰਨ ਕਿੱਧਰ ਨੂੰ ਗਿਆ? ਜੱਟ ਕਹਿੰਦਾ, ਗੁਲਾਮ ਜੀ ਹਿਰਨ ਇੱਧਰ ਨੂੰ ਗਿਆ। ਉਹ ਵੀ ਚਲੇ ਗਏ। ਰਾਜੇ ਨੇ ਹਿਰਨ ਮਾਰ ਲਿਆ। ਹੁਣ ਉਹਨੇ ਸੋਚਿਆ ਬਈ ਵਧੀਆ ਸ਼ਿਕਾਰ ਹੱਥ ਲੱਗਿਆ। ਰਾਜੇ ਨੇ ਵਜ਼ੀਰ ਅਤੇ ਗੁਲਾਮਾਂ ਤੋਂ ਪੁੱਛਿਆ ਵੀ ਤੁਹਾਨੂੰ ਕਿਹਨੇ ਦੱਸਿਆ ਸੀ ਵੀ ਹਿਰਨ ਇੱਧਰ ਨੂੰ ਆ ਗਿਆ? ਤੁਸੀਂ ਸਾਰੇ ਮੇਰੇ ਮਗਰ ਆ ਗਏ। ਉਹ ਕਹਿੰਦੇ, ਜੀ ਅੰਨੇ ਜੱਟ ਨੇ ਦੱਸਿਆ। ਰਾਜਾ ਕਹਿੰਦਾ, ਉਹ ਜੱਟ ਅੰਨਾ ਸੀ? ਕਹਿੰਦੇ, ਹਾਂਜੀ ਅੰਨਾ ਸੀ। ਕਹਿੰਦਾ, ਅੱਛਾ। ਕਹਿੰਦਾ, ਫਿਰ ਉਹਨੂੰ ਕਿਵੇਂ ਪਤਾ ਲੱਗਿਆ ਵੀ ਮੈਂ ਰਾਜਾ? ਵਜ਼ੀਰ ਕਹਿੰਦੇ, ਜੀ ਉਹਨੇ ਕਹਿੰਦਾ ਉਹਨੇ ਮੈਨੂੰ ਵੀ ਵਜ਼ੀਰ ਸਾਹਿਬ ਕਹਿ ਕੇ ਆਖਿਆ ਸੀ। ਗੁਲਾਮ ਕਹਿੰਦੇ, ਜੀ ਉਹਨੇ ਸਾਨੂੰ ਗੁਲਾਮ ਹੀ ਕਿਹਾ ਸੀ, ਗੁਲਾਮ ਜੀ ਕਿਹਾ ਸੀ। ਰਾਜਾ ਕਹਿੰਦਾ, ਝੂਠ ਮਾਰਦਾ ਹੋਣਾ। ਆਏਂ ਕਹਿੰਦਾ, ਉਹ ਅੰਨਾ ਨਹੀਂ ਹੋ ਸਕਦਾ। ਚਲੋ ਕਹਿੰਦਾ ਚੱਲ ਕੇ ਆਪਾਂ ਪੁੱਛੀਏ। ਚਲੇ ਗਏ ਜੀ। ਉਹ ਜੱਟ ਕੋਲ ਆ ਗਏ। ਜੱਟ ਨੂੰ ਆ ਕੇ ਜਦੋਂ ਪੁੱਛਿਆ ਵੀ ਤੈਨੂੰ ਕਿਵੇਂ ਪਤਾ ਲੱਗਿਆ? ਰਾਜਾ ਕਹਿੰਦਾ, ਬਈ ਤੈਨੂੰ ਤਾਂ ਅੱਖੋਂ ਦਿਸਦਾ ਨਹੀਂ, ਕਿਵੇਂ ਪਤਾ ਲੱਗਿਆ ਵੀ ਮੈਂ ਰਾਜਾ? ਜੱਟ ਕਹਿੰਦਾ, ਜੀ ਤੁਸੀਂ ਮੈਨੂੰ ਭਾਈ ਸਾਹਿਬ ਕਹਿ ਕੇ ਬੁਲਾਇਆ ਸੀ, ਕਿਉਂਕਿ ਰਾਜਾ ਪ੍ਰਜਾ ਨੂੰ ਇਸੇ ਤਰ੍ਹਾਂ ਹੀ ਬੁਲਾਉਂਦਾ ਹੈ। ਰਾਜਾ ਕਹਿੰਦਾ, ਫਿਰ ਤੈਨੂੰ ਇਹ ਕਿਵੇਂ ਪਤਾ ਲੱਗਿਆ ਵੀ ਆਹ ਵਜ਼ੀਰ ਆ? ਜੱਟ ਕਹਿੰਦਾ, ਜੀ ਹਜ਼ੂਰ ਵਜ਼ੀਰ ਨੇ ਮੈਨੂੰ ਉਹ ਜੱਟਾ ਕਹਿ ਕੇ ਬੁਲਾਇਆ ਸੀ ਅਤੇ ਮੈਂ ਸੋਚਿਆ ਇਹ ਵਜ਼ੀਰ ਹੀ ਹੋਣਾ। ਰਾਜਾ ਕਹਿੰਦਾ, ਫਿਰ ਗੁਲਾਮਾਂ ਬਾਰੇ ਕਿਵੇਂ ਪਤਾ ਲੱਗਿਆ? ਜੱਟ ਕਹਿੰਦਾ, ਹਜ਼ੂਰ ਇਹਨਾਂ ਨੇ ਮੈਨੂੰ ਉਹ ਅੰਨਿਆ ਕਹਿ ਕੇ ਬੁਲਾਇਆ ਸੀ ਅਤੇ ਮੈਂ ਸੋਚਿਆ ਵੀ ਇਹਨਾਂ ਦੀ ਇੱਜ਼ਤ ਹੁੰਦੀ ਨਹੀਂ ਹੋਣੀ, ਨਾ ਇਹ ਕਿਸੇ ਨੂੰ ਗਾਹਾਂ ਦੇਣ ਜੋਗੇ ਆ, ਇਹ ਗੁਲਾਮ ਹੀ ਹੋਣੇ ਆ ਜਿਨ੍ਹਾਂ ਨੂੰ ਬੋਲਣ ਦੀ ਅਕਲ ਹੀ ਹੈ ਨਹੀਂ। ਰਾਜਾ ਜੱਟ ਨੂੰ ਕਹਿੰਦਾ, ਤੂੰ ਤਾਂ ਬਹੁਤ ਸਿਆਣਾ ਬੰਦਾ ਯਾਰ, ਮੈਂ ਤੈਨੂੰ ਆਪਣੇ ਦਰਬਾਰ 'ਚ ਲੈ ਕੇ ਜਾਣਾ। ਜੱਟ ਕਹਿੰਦਾ, ਹਜ਼ੂਰ ਮੈਂ ਤਾਂ ਇੱਥੇ ਹੀ ਠੀਕ ਹਾਂ, ਤੁਸੀਂ ਮੈਨੂੰ ਲਿਜਾਣ ਲਈ ਰਹਿਣ ਹੀ ਦਿਓ। ਰਾਜਾ ਕਹਿੰਦਾ, ਨਹੀਂ ਮੈਂ ਤੈਨੂੰ ਲੈ ਕੇ ਜ਼ਰੂਰ ਜਾਣਾ। ਜੱਟ ਕਹਿੰਦਾ, ਜੀ ਮੇਰੇ ਮੁੰਡੇ ਮੈਨੂੰ ਇਸੇ ਕਰਕੇ ਇੱਥੇ ਰੋਟੀ ਦਿੰਦੇ ਆ ਵੀ ਮੈਂ ਉਹਨਾਂ ਦੀ ਫਸਲ ਦੀ ਰਾਖੀ ਰੱਖਦਾ, ਅਤੇ ਫਿਰ ਫਸਲ ਦੀ ਰਾਖੀ ਕੌਣ ਰੱਖੂ? ਉਹ ਰਾਜਾ ਕਹਿੰਦਾ, ਕੋਈ ਗੱਲ ਨਹੀਂ, ਮੈਂ ਤੈਨੂੰ ਕਹਿੰਦਾ ਮਹੀਨੇ ਦੀ 50 ਰੁਪਏ ਤਨਖਾਹ ਦਊਂਗਾ, ਤੂੰ ਮੇਰੇ ਦਰਬਾਰ 'ਚ ਚੱਲ। ਜੱਟ ਰਾਜੇ ਨੂੰ ਦਰਬਾਰ 'ਚ ਲੈ ਗਿਆ। ਵਜ਼ੀਰ ਕਹਿੰਦਾ, ਮਹਾਰਾਜ ਇਹਨੇ ਤੁੱਕਾ ਲਾਇਆ ਲੱਗਦਾ, ਆਪਾਂ ਇਹਦਾ ਇਮਤਿਹਾਨ ਲੈ ਕੇ ਦੇਖੀਏ। ਉਦੋਂ ਰਾਜੇ ਮਹਿਲਾਂ ਵਿੱਚ ਘੋੜੀਆਂ ਦਾ ਦੁੱਧ ਚੋਂਦੇ ਹੁੰਦੇ ਸੀ। ਉਹਨਾਂ ਨੇ ਕੀ ਕੀਤਾ, ਜੱਟ ਵਾਸਤੇ ਖੱਚਰ ਦਾ ਦੁੱਧ ਚੋ ਲਿਆ। ਜਦੋਂ ਉਹਨੇ ਦੁੱਧ ਜੱਟ ਨੂੰ ਪੀਣ ਲਈ ਦਿੱਤਾ ਤਾਂ ਜੱਟ ਨੇ ਦੁੱਧ ਚਲਾ ਕੇ ਮਾਰਿਆ ਅਤੇ ਕਹਿੰਦਾ, ਮੈਂ ਹਰਾਮਦੇ ਦਾ ਦੁੱਧ ਨਹੀਂ ਪੀਂਦਾ। ਜਦੋਂ ਗੁਲਾਮ ਨੇ ਇਹ ਗੱਲ ਰਾਜੇ ਨੂੰ ਦੱਸੀ ਤਾਂ ਰਾਜਾ ਵੀ ਹੈਰਾਨ ਰਹਿ ਗਿਆ। ਵਜ਼ੀਰ ਕਹਿੰਦਾ, ਇਹਦੀ ਪ੍ਰੀਖਿਆ ਹੁਣ ਮੈਂ ਆਪ ਲਊਂਗਾ। ਵਜ਼ੀਰ ਨੇ ਆਪਦੀ ਕੁਆਰੀ ਕੁੜੀ ਗਹਿਣੇ ਨਾਲ ਸ਼ਿੰਗਾਰਤੀ ਅਤੇ ਉਹਨੂੰ ਵਜ਼ੀਰ ਕਹਿੰਦਾ, ਤੂੰ ਜੱਟ ਦੇ ਕੋਲ ਦੀ ਲੰਘ ਜੀ। ਜਦੋਂ ਕੁੜੀ ਨੇ ਕੋਲ ਦੀ ਲੰਘੀ, ਅੱਡੀ ਮਾਰੀ ਤਾਂ ਜੱਟ ਕਹਿੰਦਾ, ਆਹ ਕੌਣ ਆ ਗਈ? ਅਤੇ ਗਾਲ ਵੀ ਕੱਢੀ। ਵਜ਼ੀਰ ਆਪਦੀ ਘਰ ਵਾਲੀ ਨੂੰ ਕਹਿੰਦਾ, ਇਹ ਦੱਸ ਇਹ ਕੁੜੀ ਬਾਰੇ ਤਾਂ ਕਹਿੰਦਾ ਜੱਟ ਨੇ ਵਧੀਆ ਨਹੀਂ ਬੋਲਿਆ, ਦੱਸ ਇਹ ਕਿਹਦੀ ਹੈ? ਵਜ਼ੀਰ ਦੀ ਘਰ ਵਾਲੀ ਕਹਿੰਦੀ, ਕਮਾਲ ਆ, ਤੈਨੂੰ ਨਹੀਂ ਪਤਾ? ਕਹਿੰਦੀ, ਤੂੰ ਜਦੋਂ ਮੇਰੇ ਨਾਲ ਵਿਆਹ ਕਰਾਉਣ ਆਇਆ ਮੈਂ ਤਾਂ ਕਹਿੰਦੀ ਪਿੰਡ 'ਚ ਤਾਂ ਰਹਿੰਦੀ ਨਹੀਂ ਸੀ, ਮੈਂ ਤਾਂ ਕੋਠੇ 'ਤੇ ਸੀ, ਤੂੰ ਕਹਿੰਦੀ ਉਦੋਂ ਹੀ ਮੈਨੂੰ ਲੈ ਕੇ ਆਇਆ ਨਾ। ਹਾਂ, ਅਤੇ ਕਹਿੰਦੀ ਫਿਰ ਕੁੜੀ ਤਾਂ ਮੇਰੀ ਹੋਈ ਨਾ ਫਿਰ। ਵਜ਼ੀਰ ਹੈਰਾਨ ਹੋ ਗਿਆ। ਰਾਜਾ ਜੱਟ ਨੂੰ ਕਹਿੰਦਾ, ਬਈ 2 ਵਾਰ ਤਾਂ ਤੂੰ ਪ੍ਰੀਖਿਆ ਲੈ ਲਈ, ਦੋਨੇ ਵਾਰੀ ਉਹ ਪਾਸ ਹੋ ਗਿਆ, ਅਤੇ ਮੈਂ ਹੁਣ ਐਂ ਕਰਦਾ ਇਹਦੀ 2 ਰੁਪਏ ਤਨਖਾਹ ਵਧਾ ਦਿੰਦੇ ਹਾਂ। ਲਓ ਜੀ, ਜੱਟ ਦੀ 2 ਰੁਪਏ ਰਾਜੇ ਨੇ ਤਨਖਾਹ ਵਧਾਤੀ। ਇੱਕ ਦਿਨ ਰਾਜਾ ਬੈਠਾ ਜੱਟ ਨਾਲ ਗੱਲਾਂ ਕਰੀ ਜਾਂਦਾ ਸੀ।
ਉੱਥੇ ਨਾਈ ਆ ਗਿਆ। ਉਹ ਨਾਈ ਰਾਜੇ ਦੀ ਹਜਾਮਤ ਕਰਨ ਵਾਸਤੇ ਪਛਣਾ ਪੂਰੇ ਜ਼ੋਰ ਨਾਲ ਤਿੱਖਾ ਕਰੀ ਜਾਂਦਾ ਸੀ। ਜੱਟ ਨਾਈ ਨੂੰ ਕਹਿੰਦਾ, ਤੂੰ ਰਾਜੇ ਦੀ ਹਜਾਮਤ ਕਰਨੀ ਹੈ ਜਾਂ ਉਹਦਾ ਗਲਾ ਵੱਢਣਾ? ਰਾਜੇ ਨੇ ਸੋਚਿਆ ਕਿਤੇ ਜੱਟ ਠੀਕ ਹੀ ਨਾ ਕਹਿੰਦਾ ਹੋਵੇ। ਉਹਨੇ ਨਾਈ ਨੂੰ ਫੜ ਕੇ ਅੰਦਰ ਕਰਤਾ। ਨਾਈ ਕਹਿੰਦਾ, ਹਜੂਰ, ਮੈਨੂੰ ਤਾਂ ਸੈਨਾਪਤੀ ਨੇ ਭੇਜਿਆ ਸੀ। ਉਹ ਕਹਿੰਦਾ ਸੀ ਵੀ ਰਾਜੇ ਦਾ ਕਤਲ ਕਰ ਦੇਵੀਂ, ਮੈਂ ਰਾਜਾ ਬਣ ਜਾਊਂਗਾ ਅਤੇ ਤੈਨੂੰ ਵਜ਼ੀਰ ਬਣਾ ਦੂੰਗਾ। ਰਾਜਾ ਜੱਟ ਨੂੰ ਕਹਿੰਦਾ, ਤੈਂ ਮੇਰੀ ਜਾਨ ਬਚਾਈ ਹੈ, ਚੱਲ ਐਂ ਕਰ। ਕਹਿੰਦਾ, ਮੈਂ ਇੱਕ ਕੰਮ ਕਰਦੇ ਹਾਂ, ਤੇਰੀ 5 ਰੁਪਏ ਅੱਜ ਤੋਂ ਹੋਰ ਤਨਖਾਹ ਵਧਾ ਦਿੰਦੇ ਹਾਂ। ਇੱਕ ਦਿਨ ਰਾਜਾ ਜੱਟ ਨੂੰ ਕਹਿੰਦਾ, ਬਈ ਤੂੰ ਸਾਰਾ ਕੁਝ ਦੱਸਦਾ, ਜਿੰਨੇ ਤੇਰੇ ਇਮਤਿਹਾਨ ਲਏ ਆ ਤੂੰ ਸਾਰੇ ਪਾਸ ਕਰ ਲਏ, ਹੁਣ ਤੂੰ ਐਂ ਦੱਸ ਵੀ ਮੈਂ ਕਿਹਨਾਂ ਦਾ? ਜੱਟ ਕਹਿੰਦਾ, ਹਜੂਰ ਨਾ ਪੁੱਛੋ ਤਾਂ ਚੰਗਾ। ਰਾਜਾ ਕਹਿੰਦਾ, ਨਹੀਂ ਦੱਸ। ਜੱਟ ਕਹਿੰਦਾ, ਹਜੂਰ ਨਾ ਪੁੱਛੋ। ਰਾਜਾ ਕਹਿੰਦਾ, ਨਹੀਂ, ਜਦ ਮੈਂ ਤੈਨੂੰ ਕਹੀ ਦਿੱਤਾ ਮੈਨੂੰ ਦੱਸ, ਨਹੀਂ ਤਾਂ ਤੈਨੂੰ ਵੀ ਅੰਦਰ ਕਰ ਦੂੰ। ਲਓ ਜੀ, ਜੱਟ ਕਹਿੰਦਾ, ਜੇ ਪੁੱਛਣਾ ਹੀ ਆ ਤਾਂ ਫਿਰ ਸੁਣੋ। ਤੁਸੀਂ ਕਹਿੰਦਾ ਕਿਸੇ ਬਾਣੀ ਦੀ ਔਲਾਦ ਹੋ। ਰਾਜੇ ਨੂੰ ਗੁੱਸਾ ਚੜ੍ਹ ਗਿਆ। ਉਹਨੇ ਪਤਾ ਕਰ ਲਿਆ ਰਾਜੇ ਦੇ ਪਿਓ ਦੇ ਪਹਿਲੇ ਵਿਆਹ 'ਚ ਕੋਈ ਜਵਾਕ ਨਹੀਂ ਸੀ ਹੁੰਦਾ, ਤਾਂ ਰਾਜੇ ਦੇ ਪਿਓ ਨੇ ਦੂਜਾ ਵਿਆਹ ਕਰਵਾਇਆ ਸੀਗਾ। ਅਤੇ ਜਦੋਂ ਉਹਨਾਂ ਦੇ ਕੋਈ ਜਵਾਕ ਨਾ ਹੋਇਆ ਤਾਂ ਉਹਦੀ ਘਰ ਵਾਲੀ ਨੇ ਇੱਕ ਬਾਣੀਆ ਕਰ ਲਿਆ, ਅਤੇ ਇਹ ਜਿਹੜਾ ਰਾਜਾ ਸੀ ਇਹ ਉਸੇ ਬਾਣੀਏ ਦਾ ਹੀ ਮੁੰਡਾ ਸੀ। ਲਓ ਜੀ, ਰਾਜਾ ਤਾਂ ਗੁੱਸੇ 'ਚ ਆ ਗਿਆ। ਜੱਟ ਨੂੰ ਕਹਿੰਦਾ, ਤੈਨੂੰ ਕਿਵੇਂ ਪਤਾ? ਇਹ ਗੱਲ ਕਿਵੇਂ ਪਤਾ ਲੱਗੀ? ਇਹ ਤਾਂ ਅੱਜ ਤੱਕ ਮੈਨੂੰ ਨਹੀਂ ਸੀ ਪਤਾ। ਜੱਟ ਕਹਿੰਦਾ, ਹਜੂਰ, ਤੁਸੀਂ ਕਹਿੰਦਾ ਜੇ ਜੱਟ ਦੇ ਹੀ ਪੁੱਤ ਹੁੰਦੇ ਤਾਂ ਕਹਿੰਦਾ ਜਿੰਨੀ ਮੈਂ ਤੁਹਾਡੀ ਜਾਨ ਬਚਾਈ ਹੈ, ਤੁਸੀਂ ਮੈਨੂੰ ਪਰਤਿਆ ਕੇ ਵੀ ਦੇਖਿਆ, ਤੁਸੀਂ ਮੇਰੀ ਤਨਖਾਹ ਸਿੱਧੀ ਦੁੱਗਣੀ ਜਾਂ ਤਿੱਗਣੀ ਕਰਨੀ ਸੀ। ਤੁਸੀਂ 2 ਰੁਪਏ 5 ਰੁਪਏ ਆਏ ਨਾ ਵਧਾਉਂਦੇ। ਤੂੰ ਕਹਿੰਦਾ ਤੁਹਾਡੇ ਕਾਰ ਵਿਹਾਰ ਤੋਂ ਹੀ ਮੈਨੂੰ ਪਤਾ ਲੱਗਿਆ ਕਿ ਤੁਹਾਡੇ 'ਚ ਓਨਾ ਦਿਲ ਨਹੀਂ, ਅਤੇ ਤੁਸੀਂ ਬਾਣੀਏ ਦੇ ਹੋਣ ਕਰਕੇ ਹੀ ਮੇਰੀ ਤਨਖਾਹ ਥੋੜ੍ਹੀ ਥੋੜ੍ਹੀ ਵਧਾਈ ਹੈ। ਜੱਟ ਹੁੰਦੇ ਤਾਂ ਦੁੱਗਣੀ ਤਿੱਗਣੀ ਕਰ ਹੀ ਦਿੰਦੇ। ਇਸ ਤੋਂ ਅੰਦਾਜ਼ਾ ਲਾਇਆ। ਸੋ ਇਹ ਸੀ ਦੋਸਤੋ ਕਹਾਣੀ ਅੱਜ ਦੀ, ਜੀ ਸੀ ਰਾਜਾ ਅਤੇ ਇੱਕ ਸਿਆਣਾ ਜੱਟ। ਕਿਵੇਂ ਲੱਗੀ ਤੁਹਾਨੂੰ ਕਹਾਣੀ? ਮਿਲਦੇ ਹਾਂ ਇਹੋ ਜਿਹੀ ਇੱਕ ਹੋਰ ਕਹਾਣੀ ਦੇ ਨਾਲ। ਤਦ ਤੱਕ ਲਈ ਸ਼ੁਕਰੀਆ। ਜਿਉਂਦੇ ਵੱਸਦੇ ਰਹੋ, ਸੱਤੇ ਖੈਰਾਂ। ਆਓ ਸੁਣੀਏ ਅੱਜ ਦੀ ਕਹਾਣੀ, ਠੱਗਾਂ ਦਾ ਪੀਰ। ਇੱਕ ਘਰ ਦੇ ਵਿੱਚ 2 ਮਾਈਆਂ ਸੀ, ਯਾਨੀ ਕਿ 2 ਬੁੜੀਆਂ। ਦੋਹੇ ਸਕੀਆਂ ਭੈਣਾਂ ਸੀ ਅਤੇ ਦੋਹਾਂ ਦੀ ਆਪਸ 'ਚ ਬਣਦੀ ਨਹੀਂ ਸੀ। ਇੱਕ ਦੂਜੀ ਦੀ ਮੰਨਿਆ ਨਾ ਕਰਨ। ਇੱਕ ਦਾ ਤਾਂ ਇੱਕੋ ਹੀ ਮੁੰਡਾ ਸੀ ਅਤੇ ਦੂਜੀ ਦੇ 4 ਮੁੰਡੇ ਸੀ। ਜਿਹਦਾ ਇੱਕ ਸੀ ਉਹ ਬਿਮਾਰ ਰਹਿਣ ਲੱਗ ਗਈ। ਹੁੰਦੀ ਹੁੰਦੀ ਵਿਚਾਰੀ ਮਰਨ ਪਹਿਰੇ ਆ ਗਈ। ਉਹਨੇ ਆਪਣੀ ਭੈਣ ਨੂੰ ਬੁਲਾ ਕੇ ਕਿਹਾ, ਕਹਿੰਦੀ, ਭੈਣ, ਮੈਨੂੰ ਲੱਗਦਾ ਮੈਂ ਨਹੀਂ ਹੁਣ ਬਚਦੀ, ਪਰ ਮੇਰਾ ਇੱਕ ਕੰਮ ਕਰੀ, ਮੇਰੇ ਆ ਪੁੱਤ ਨੂੰ ਤੂੰ ਸਾਂਭ ਲਈ ਅਤੇ ਕਿਤੇ ਬੈਲੀ ਨਾ ਬਣ ਜੇ, ਇਸ ਕਰਕੇ ਮੈਂ ਤੈਨੂੰ 3 ਗੱਲਾਂ ਕਹਿਣੀਆਂ, ਉਹ ਨਾ ਕਰੀ। ਕਹਿੰਦੀ, ਕੀ? ਇੱਕ ਤਾਂ ਕਹਿੰਦੀ ਇਹਨੂੰ ਖਾਣ ਪੀਣ ਨੂੰ ਚੰਗਾ ਨਾ ਦਈ, ਇਹਨੂੰ ਪਹਿਨਣ ਨੂੰ ਚੰਗਾ ਨਾ ਦਈ, ਅਤੇ ਤੀਆ ਇਹਨੂੰ ਕਹਿੰਦੀ ਦਰਵਾਜ਼ੇ ਨਾ ਬਹਿਣ ਦਈ, ਨਹੀਂ ਤਾਂ ਇਹਨੇ ਗੱਲਾਂ ਮਾਰੀ ਜਾਣੀਆਂ ਨੇ ਅਤੇ ਬੈਲੀ ਬਣ ਜੂ। ਭਾਈ ਜਦੋਂ ਉਹਦੀ ਭੈਣ ਮਰ ਗਈ, ਉਹਨੇ ਐਂ ਕੀਤਾ, ਜਿਹੜੀਆਂ 3 ਗੱਲਾਂ ਸੀ ਉਹਨੇ ਆਪਣੇ 4 ਪੁੱਤਾਂ 'ਤੇ ਵਰਤੀਆਂ ਅਤੇ ਇਹਨੂੰ ਬੈਲੀ ਬਣਾਉਣ ਦੇ ਰਾਹ ਤੁਰ ਪਈ। ਸਵੇਰੇ ਹੀ ਇਹਨੂੰ ਚੰਗੇ ਕੱਪੜੇ ਪਾ ਦਿਆ ਕਰੇ, ਮੱਖਣੀ ਦੇ ਨਾਲ ਪਰੌਂਠੇ ਖਵਾ ਦਿਆ ਕਰੇ ਅਤੇ ਕਹਿ ਦਿਆ ਕਰੇ, ਜਾ ਪੁੱਤ ਦਰਵਾਜ਼ੇ ਜਾ ਕੇ ਬਹਿ ਅਤੇ ਮਾਰ ਗੱਲਾਂ। ਜਿਹੜੇ ਆਪਦੇ 4 ਪੁੱਤ ਸੀ ਉਹਨਾਂ ਦਾ ਹਲ ਜੋੜ ਦਿਆ ਕਰੇ, ਸਾਰੀ ਦਿਹਾੜੀ ਉਹਨਾਂ ਤੋਂ ਕੰਮ ਲਿਆ ਕਰੇ। ਅਤੇ ਐਂ ਕਰਕੇ ਉਹਨੇ ਸੋਚਿਆ ਵੀ ਮੇਰੇ ਨਿਆਣੇ ਸਿਆਣੇ ਨਿਕਲਣਗੇ। ਹੁਣ ਹੋਇਆ ਕਿ ਜਿਹੜੇ 4 ਹਲ ਵਾਹੁੰਦੇ ਸੀ ਉਹਨਾਂ ਦੇ ਜਵਾਰ ਮੁੱਕ ਗਏ, ਉਹਨਾਂ ਨੂੰ ਲੋੜ ਪੈ ਗਈ। ਜਿਹੜਾ ਸਭ ਤੋਂ ਛੋਟਾ ਸੀ ਉਹਨੂੰ ਉਹਨਾਂ ਨੇ ਭੇਜਤਾ ਵੀ ਇੱਕ ਨਾਲ ਦਾ ਪਿੰਡ ਆ ਭੈਣੀ, ਤੂੰ ਉੱਥੇ ਜਾ ਕੇ 2 ਰੁਪਏ ਦੇ ਜਵਾਰ ਲੈ ਆ। ਉਹ ਭਾਈ ਤੁਰ ਪਿਆ। ਗਾਹਾਂ ਜਾ ਕੇ ਉਹਨੇ ਮਾਈ ਨੂੰ 2 ਰੁਪਏ ਫੜਾਏ ਅਤੇ ਕਹਿੰਦਾ 2 ਰੁਪਏ ਦੇ ਜਵਾਰ ਦੇ ਦਿਓ। ਉਹ ਕਹਿੰਦੀ, ਬਹਿ ਜਾ ਭਾਈ, ਸੁਣਾ, 2 ਉਰਲੀਆਂ ਸੁਣਾ, 2 ਪਰਲੀਆਂ ਸੁਣਾ। ਹੁਣ ਜਿਹੜਾ ਉਹ ਕੰਮ ਵਾਲਾ ਬੰਦਾ ਸੀ ਉਹਨੂੰ ਜੇ ਆਉਂਦੀਆਂ ਹੁੰਦੀਆਂ ਤਾਂ ਵਿਚਾਰਾ ਕੁਛ ਸੁਣਾਵੇ, ਉਹ ਚੁੱਪ ਕਰਕੇ ਬੈਠਾ ਰਿਹਾ ਅਤੇ ਬੁੜੀ ਨੇ ਜਵਾਰ ਨਾ ਦਿੱਤੇ। ਆਥਣੇ ਉਹ ਘਰੇ ਮੁੜਿਆ ਆਇਆ। ਘਰ ਦੇ ਪੁੱਛਣ ਲੱਗੇ, ਜਵਾਰ ਨਹੀਂ ਲਿਆਇਆ? ਕਹਿੰਦਾ, ਜਵਾਰ ਕੀ ਲਿਆਉਣੇ ਆ? ਉਹ ਬੁੜੀ ਤਾਂ ਕਹੀ ਜਾਂਦੀ ਆ 2 ਉਰਲੀਆਂ ਸੁਣਾ, 2 ਪਰਲੀਆਂ ਸੁਣਾ। ਹੁਣ ਮੈਨੂੰ ਜੇ ਆਉਂਦੀਆਂ ਹੁਣ ਤਾਂ ਹੀ ਸੁਣਾਵਾਂ। ਉਹ ਜਿਹੜਾ ਵਿਹਲਾ ਬੰਦਾ ਸੀ ਉਹ ਪੁੱਛਦਾ ਉਹਨੂੰ, ਕਹਿੰਦਾ, ਬੁੜੀ ਦਾ ਘਰ ਕਿੱਥੇ ਆ? ਕਹਿੰਦਾ, ਸਿੱਧਾ ਹੀ ਜਾ ਕੇ ਪਿੰਡ ਦੇ ਸੱਜੇ ਹੱਥ ਗਲੀ 'ਚ ਮੁੜ ਕੇ ਲੰਬੜਦਾਰਾਂ ਘਰ ਦਾ ਪਰਲਾ ਘਰ ਆ। ਕਹਿੰਦਾ, ਅੱਛਾ।
ਉਹਨੇ ਭਾਈ ਐਂ ਕੀਤਾ, ਅਗਲੇ ਦਿਨ ਤੜਕਿਓਂ ਡਾਂਗ ਚੱਕੀ ਅਤੇ ਚਲਿਆ ਗਿਆ। ਹੁਣ ਵਿਹਲਾ ਸੀਗਾ, ਗੱਲਾਂ ਵੀ ਆਉਂਦੀਆਂ ਸੀ। ਜਾ ਕੇ ਮਾਈ ਨੂੰ ਕਹਿੰਦਾ, ਮਾਈ ਲੱਸੀ ਪੀਣੀ ਆ। ਕਹਿੰਦੀ ਬਹਿ ਜਾ ਪੁੱਤ, 2 ਉਰਲੀਆਂ ਸੁਣਾ, 2 ਪਰਲੀਆਂ ਸੁਣਾ। ਕਹਿੰਦਾ ਮਾਈ ਕਾਹਦੀਆਂ 2 ਉਰਲੀਆਂ, ਕਾਹਦੀਆਂ 2 ਪਰਲੀਆਂ। ਮੈਂ ਤਾਂ ਕਹਿੰਦਾ ਪੇਠਿਆਂ ਦਾ ਗੱਡਾ ਲੈ ਕੇ ਆਇਆ ਸੀ, ਪੰਚਾਇਤ ਵੰਡਦੀ ਆ ਸਾਰੇ ਪਿੰਡ 'ਚ। ਅਤੇ ਕਹਿੰਦੀ ਵੇ ਪੁੱਤ ਸਾਡੇ ਘਰੇ ਤਾਂ ਤੂੰ ਪੇਠੇ ਵੰਡੇ ਨਹੀਂ ਨਾ। ਕਹਿੰਦਾ ਮੈਂ ਤਾਂ ਪਿੰਡ ਦੇ ਬਾਹਰ ਜਿੱਥੇ ਤੁਹਾਡੇ ਅਮਰੂਦਾਂ ਦੇ ਬਾਗ ਆ ਉੱਥੇ ਹੀ ਸਾਰਾ ਗੱਡਾ ਢੇਰੀ ਕਰਤਾ ਅਤੇ ਲੋਕ ਤਾਂ ਸਾਰੇ ਹੀ ਲੈ ਗਏ। ਕਹਿੰਦੀ ਅੱਛਾ। ਕਹਿੰਦੀ ਤੂੰ ਐਂ ਕਰ, ਤੈਨੂੰ ਮੈਂ ਲੱਸੀ ਆ ਕੇ ਪਾਉਣੀ ਆ। ਮੈਂ ਕਹਿੰਦੀ ਆਪਣੇ ਹਿੱਸੇ ਦੇ ਪੇਠੇ ਲੈ ਆਵਾਂ। ਭਾਈ ਉਹ ਚਲੀ ਗਈ। ਉਹਦੇ ਜਾਣ ਤੋਂ ਬਾਅਦ ਮਗਰ ਹੀ ਉਹਦਾ ਘਰ ਵਾਲਾ ਆ ਗਿਆ ਖੇਤੋਂ। ਆ ਕੇ ਪੁੱਛਦਾ ਮੇਰੀ ਘਰ ਵਾਲੀ ਕਿੱਥੇ ਆ। ਉਹ ਮੁੰਡਾ ਸੀਗਾ ਤਾਂ ਚਲਾ ਗਈ। ਕਹਿੰਦਾ ਇੱਕ ਬੰਦਾ ਬੀਹ 'ਚ ਗੇੜੇ ਕੱਢਦਾ ਸੀ, ਉਹ ਉਹਦੇ ਮਗਰ ਹੀ ਚਲੀ ਗਈ। ਮੈਂ ਤਾਂ ਕਹਿੰਦਾ ਲੱਸੀ ਪੀਣ ਨੂੰ ਬੈਠਾ, 3 ਘੰਟੇ ਹੋ ਗਏ ਮੈਨੂੰ ਬੈਠੇ ਨੂੰ, ਮੁੜ ਕੇ ਆਈ ਹੋਈ ਨਹੀਂ। ਲਓ ਜੀ, ਉਹਦੇ ਘਰ ਵਾਲੇ ਨੂੰ ਤਾਂ ਆ ਗਿਆ ਗੁੱਸਾ। ਉਹਨੇ ਹਲ ਨਾ ਲਾਇਆ, ਪੰਜਾਲੀ ਨਾ ਲਾਹੀ, ਬਲਦ ਖੜੇ ਕਰਕੇ ਪੁਰਾਣੀ ਚੱਕ ਕੇ ਮਗਰ ਹੀ ਚਲਾ ਗਿਆ। ਹੁਣ ਉਹ ਵਿਚਾਰੀ ਪੇਠੇ ਪਾਲਦੀ ਹੈ ਅਤੇ ਇਹ ਉਹਨੂੰ ਪੁਰਾਣੀ ਲੈ ਕੇ ਕੁੱਟਣ ਨੂੰ ਪੈ ਗਿਆ। ਕੁੱਟ ਕੇ ਬੁੜੀ ਤਾਂ ਨਸਾਲ ਕਰਤੀ, ਖਿੱਚ ਕੇ ਘੜੀਸ ਕੇ ਘਰ ਲਿਆਇਆ ਅਤੇ ਉਹ ਤਾਂ ਰੌਲਾ ਪਾਉਣ ਲੱਗ ਗਈ, ਰੋਣ ਲੱਗ ਗਈ। ਹੁਣ ਜਦੋਂ ਰੋਂਦੀ ਨੂੰ ਦੇਖ ਕੇ ਗੁਆਂਢਣ ਆ ਗਈ। ਕਹਿੰਦੀ ਵੇ ਭਾਈ ਕੀ ਹੋਇਆ, ਕਾਹਤੋਂ ਰੋਂਦੀ ਹੈ। ਉਹ ਕਹਿੰਦਾ ਇਹਦਾ ਨਾ ਭਰਾ ਸੀ ਫੌਜ 'ਚ, ਉਹ ਮਰ ਗਿਆ, ਇਹ ਤਾਂ ਰੋਂਦੀ ਹੈ। ਭਾਈ ਉਹ ਤਾਂ ਰੋਂਦੀ ਬੇਹੋਸ਼ ਹੋ ਕੇ ਗਿਰ ਪਈ। ਦੂਜੀ ਜਨਾਨੀ ਆਈ, ਕਹਿੰਦੀ ਹੈਂ ਕੀ ਹੋ ਗਿਆ ਵੀਰ, ਇਹ ਇਹਨੂੰ ਕਾਹਤੇ ਰੋਂਦੀ ਹੈ। ਉਹ ਕਹਿੰਦਾ ਇਹਦੀ ਭੈਣ ਮਰ ਗਈ 2 ਜਵਾਕ ਛੱਡ ਕੇ, ਤਾਂ ਕਹਿੰਦਾ ਇਹ ਘਬਰਾ ਗਈ, ਬੇਹੋਸ਼ ਹੋ ਗਈ। ਫਿਰ ਧੀ ਗੁਆਂਢਣ ਆ ਗਈ, ਉਹਨੂੰ ਕੋਈ ਹੋਰ ਗੱਲ ਸੁਣਾਤੀ। ਜਿਹੜਾ ਵੀ ਨਵਾਂ ਬੰਦਾ ਆਵੇ ਉਹ ਕੁਛ ਨਾ ਕੁਛ ਸੁਣਾਈ ਜਾਵੇ ਅਤੇ ਉਹ ਸਾਰੇ ਉੱਥੇ ਆ ਕੇ ਬੈਠੀ ਜਾਣ। ਇੰਨੇ ਚਿਰ ਨੂੰ 2 ਸਾਧ ਵੀ ਆ ਗਏ। ਉਹ ਕਹਿੰਦੇ ਕੀ ਗੱਲ ਹੋ ਗਈ। ਉਹਦਾ ਘਰ ਵਾਲਾ ਕਹਿੰਦਾ ਜਿਹੜਾ ਖੜ ਕੇ ਪਿੱਟੇ ਉਹਨੂੰ 8 ਆਨੇ, ਜਿਹੜਾ ਬਹਿ ਕੇ ਪਿੱਟੇ ਉਹਨੂੰ 1 ਰੁਪਈਆ। ਸਾਧ ਕਹਿੰਦੇ ਆ ਵੀ ਸੌਦਾ ਖਾਦਾ। ਉਹ ਵੀ ਦਵਾ ਦਵ ਬਹਿ ਕੇ ਪਿੱਟਣ। ਹੌਲੀ ਹੌਲੀ ਜਦ ਦੇਖਿਆ ਤਾਂ ਬੁੜੀ ਨੂੰ ਹੋਸ਼ ਆਈ ਤਾਂ ਉਹਨੇ ਦੇਖਿਆ ਵੀ ਇੰਨੀਆਂ ਜਨਾਨੀਆਂ ਉਹਦੇ ਘਰ ਬੈਠੀਆਂ। ਕਹਿੰਦੀ ਕੀ ਹੋਇਆ। ਉਹ ਕਹਿੰਦੀ ਵੀ ਤੇਰਾ ਭਰਾ ਸੀ ਜਿਹੜਾ ਫੌਜ 'ਚ ਨੌਕਰ ਹੋ ਗਿਆ ਸੀ, ਤੂੰ ਪੜ੍ਹਾਇਆ ਲਿਖਾਇਆ, ਸਾਰਾ ਕੁਛ ਕੀਤਾ, ਮੌਤ ਵਿਚਾਰੇ ਦੀ ਚਾਨਚੱਕ ਹੋ ਗਈ। ਦੂਈ ਕੂਣੀ ਮਾਰ ਕੇ ਕਹਿੰਦੀ ਚੁੱਪ ਕਰ, ਨਹੀਂ ਚੁੱਪ, ਇਹਦਾ ਭਰਾ ਨਹੀਂ ਮਰਿਆ, ਇਹਦੀ ਭੈਣ ਮਰ ਗਈ 2 ਨਿਆਣੇ ਛੱਡ ਕੇ। ਤੀ ਕਹਿੰਦੀ ਤੈਨੂੰ ਨਹੀਂ ਪਤਾ ਇਹਦਾ ਪਿਓ ਮਰਿਆ। ਸਾਰਿਆਂ ਨੂੰ ਗੱਲੀ ਲਾਤਾ ਜੀ। ਜਦ ਨੂੰ ਬੁੜੀ ਨੇ ਸਾਧਾਂ ਕੋਲ ਚਲੀ ਗਈ ਡੰਡਾ ਚੱਕ ਕੇ, ਕਹਿੰਦੀ ਤੁਸੀਂ ਕਾਹਤੇ ਪਿੱਟਦੇ ਹੋ। ਉਹ ਕਹਿੰਦੇ ਮਾਈ 2 ਰੁਪਈਏ ਦੇ ਤਾਂ ਜਾਵਾਂਗੇ, ਘੰਟਾ ਹੋ ਗਿਆ ਪਿੱਟਦਿਆਂ ਨੂੰ। ਲਓ ਜੀ, ਬੁੜੀ ਤਾਂ ਦੁਖੀ ਹੋ ਗਈ। ਉਹਨੇ ਕੀ ਕੀਤਾ, ਬੁੜੀ ਨੇ ਸਿੱਧੀ ਉਹ ਮੁੰਡੇ ਕੋਲ ਆਈ। ਕਹਿੰਦੀ ਤੇਰੇ ਮੂਹਰੇ ਮੈਂ ਬੰਨ੍ਹਦੀ ਹੱਥ, ਆ ਕੀ ਕਹਿੰਦੀ ਤੂੰ ਧੀਆ ਪੰਜਰ ਪਵਾਤਾ ਸਾਡੇ ਘਰ, ਕਾਕਾ ਤੂੰ ਦੱਸ। ਉਹ ਕਹਿੰਦਾ ਮਾਈ ਤੂੰ ਵੀ ਤਾਂ ਕਹਿੰਦੀ ਸੀ 2 ਉਰਲੀਆਂ ਸੁਣਾ, 2 ਪਰਲੀਆਂ ਸੁਣਾ, ਖਰੇ ਤਾਂ ਸੁਣਾਈਆਂ ਮੈਂ ਉਰਲੀਆਂ ਨੇ, ਅਤੇ ਤੂੰ ਤਾਂ ਪਹਿਲਾਂ ਹੀ ਕਹਿੰਦਾ ਦੁਖੀ ਹੋ ਗਈ। ਸਾਡੇ ਕਹਿੰਦਾ 2 ਰੁਪਈਏ ਭੁੱਲ ਗਈ, ਕੱਲ੍ਹ ਮੇਰਾ ਭਰਾ ਆਇਆ ਸੀ ਤੂੰ ਜਵਾਰ ਨਹੀਂ ਦਿੱਤੇ। ਉਹ ਕਹਿੰਦੀ ਆਹ ਚੱਕ ਜਵਾਰ ਦੀ ਬੋਰੀ ਅਤੇ ਮੁੜ ਕੇ ਨਾ ਇੱਧਰ ਬੜੀ, ਅਤੇ ਇਹੋ ਜਿਹੀ ਗੱਲਾਂ ਬਾਤਾਂ ਕਹਿੰਦੀ ਸਾਡੇ ਮੈਨੂੰ ਸੁਣਾਉਣ ਦੀ ਲੋੜ ਨਹੀਂ। ਲਓ ਭਾਈ, ਉਹ ਜਿਹੜਾ ਵਿਹਲਾ ਮੁੰਡਾ ਰਹਿੰਦਾ ਸੀ ਬੋਰੀ ਚੱਕੀ ਘਰ ਆ ਗਿਆ। ਘਰ ਦੇ ਕਹਿੰਦੇ ਹੈਂ 2 ਰੁਪਈਏ ਦੀ ਬੋਰੀ ਲਿਆ। ਉਹ ਕਹਿੰਦਾ ਇਹ ਗੱਲਾਂ ਨਾਲ ਹੀ ਆਉਂਦੀ ਆ, ਰੁਪਈਆਂ ਨਾਲ ਨਹੀਂ ਆਉਂਦੀ। ਆਈ ਉਹਨਾਂ ਦੇ ਇੱਕ ਬੈਠਕਾ ਸੀ। ਉਹ ਜਿਹੜਾ ਸਭ ਤੋਂ ਚੌਹਾਂ ਭਰਾਵਾਂ ਦੇ 'ਚੋਂ ਛੋਟਾ ਸੀ, ਉਹਨੂੰ ਕਹਿੰਦੇ ਐਂ ਕਰ, ਇਹ ਬੈਠਕਾ ਨਾ ਮੰਡੀ 'ਚ ਜਾ ਕੇ ਵੇਚਿਆ। ਸੀਗਾ ਤਾਂ ਬਲੈਤੀ ਬੈਠਕਾ, ਬੜੀ ਰੂਹ ਨਾਲ ਪਾਲਿਆ ਸੀ। ਕਹਿੰਦਾ ਕੋਈ ਨਹੀਂ ਮੈਂ ਵੇਚਿਆ ਉਹਨਾਂ। ਜਦੋਂ ਵੇਚਣ ਗਿਆ ਗਾਹਾਂ ਰਾਹ 'ਚ ਉਹਨੂੰ ਠੱਗ ਟੱਕਰ ਗਏ। ਕਹਿੰਦੇ ਕੱਟਾ ਵੇਚਣਾ। ਉਹ ਕਹਿੰਦਾ ਅੰਨਾ ਇਹ ਤਾਂ ਬੱਚਾ। ਕਹਿੰਦੇ ਨਹੀਂ ਇਹ ਤਾਂ ਕੱਟਾ। ਲਓ ਜੀ, ਉਹਦੀ ਕੋਈ ਗੱਲ ਹੀ ਨਾ ਸੁਣੇ। ਉਹ ਗਾਹਾਂ ਜਾ ਕੇ ਕਿਸੇ ਹੋਰ ਨੂੰ ਕਿਹਾ, ਉਹ ਫਿਰ ਉਹਨੂੰ ਕਹਿੰਦਾ ਨਹੀਂ ਨਹੀਂ, ਕਹਿੰਦਾ ਇਹ ਤਾਂ ਕੱਟਾ। ਇੰਨੇ ਨੂੰ ਉਹ ਕਹਿੰਦੇ ਐਂ ਕਰਦੇ ਆ, ਉਹ ਸਾਡਾ ਪਿਓ ਬੈਠਾ ਜਿਹੜਾ ਠੱਗਾਂ ਦਾ ਪਿਓ ਸੀ। ਕਹਿੰਦੇ ਉਹਨੂੰ ਉਹਨਾਂ ਨੇ ਬਾਬਾ ਬਣਾ ਲਿਆ। ਕਹਿੰਦੇ ਉਹ ਬਾਬੇ ਦੀ ਕੁਟੀਆ 'ਚ ਚੱਲਦੇ ਆ, ਉਹ ਧੇਲੀ ਲਊਗਾ ਪਰ ਸੱਚ ਦੱਸ ਦੂਗਾ। ਕਹਿੰਦੇ ਚੱਲ ਠੀਕ ਆ ਵੀ, ਝੂਠ ਫੜਿਆ ਜਾਊਗਾ। ਉਹ ਜਦੋਂ ਬਾਬੇ ਕੋਲ ਗਏ, ਬਾਬੇ ਨੇ ਵਾਲ ਖਿਲਾਰੇ ਹੋਏ, ਭਗਵੇਂ ਕੱਪੜੇ ਪਾਏ ਹੋਏ, ਕੁਟੀਆ 'ਚ ਬੈਠਾ। ਬਾਬਾ ਜੀ ਕਹਿ ਕੇ ਪੈਰੀ ਹੱਥ ਲਾਇਆ ਅਤੇ ਮੁੰਡੇ ਤਾਂ ਉਹਦੇ ਹੀ ਸੀਗੇ। ਉਹ ਕਹਿੰਦੇ ਬਾਬਾ ਜੀ ਆਪਣਾ ਦੀਨ ਮਜ਼ਹਬ ਜਾਣ ਕੇ ਦੱਸੋ, ਆਹ ਕੀ ਸ਼ੈ ਆ। ਉਹ ਕਹਿੰਦਾ ਇਹ ਤਾਂ ਅੰਨਿਆਂ ਨੂੰ ਵੀ ਦੀਂਦਾ ਵੀ ਇਹ ਤਾਂ ਕੱਟਾ। ਲਓ ਜੀ, ਧੇਲੀ ਫੜ ਕੇ ਉਹਨੇ ਜੇਬ 'ਚ ਪਾ ਲਈ
ਤੇ ਬੱਚਾ ਫੜਾਤਾ ਤੇ ਮੁੜ ਆਇਆ। ਹੁਣ ਉਹਦੇ ਭਰਾ ਇੱਧਰ ਸੋਚਦੇ ਆ ਬਈ ਉਹ ਬੈਠਕਾ ਮਹਿੰਗਾ ਵੇਚ ਕੇ ਆਇਆ ਹੋਣਾ। ਆ ਕੇ ਉਹ ਪੀੜ੍ਹੀ 'ਤੇ ਬਹਿ ਗਿਆ। ਉਹ ਪੁੱਛਦੇ ਕਿੰਨੇ 'ਚ ਵਿਕਿਆ। ਉਹ ਹੁਣ ਬੋਲਦਾ ਹੀ ਨਹੀਂ। ਉਹ ਕਹਿੰਦੇ ਭਾਈ ਤੂੰ ਬੋਲਦਾ ਕਿਉਂ ਨਹੀਂ, ਕਿੰਨੇ ਦਾ ਵਿਕਿਆ? ਸਾਡੇ ਘਰਦਿਆਂ ਨਾਲ ਹੀ ਟੱਚਰ ਕਰੀ ਜਾਂਦਾ। ਉਹ ਕਹਿੰਦਾ ਨਹੀਂ ਮੈਨੂੰ ਤਾਂ ਕਹਿੰਦਾ ਕੁਛ ਮਿਲਿਆ ਹੀ ਨਹੀਂ। ਕਹਿੰਦਾ ਕਿਉਂ? ਕਹਿੰਦਾ ਧੇਲਾ ਸੀ ਉਹ ਵੀ ਉਹਨੇ ਲੈ ਲਿਆ ਅਤੇ ਮੇਰੇ ਤੋਂ ਤਾਂ ਕਹਿੰਦਾ ਉਹ ਤਾਂ ਕਹਿੰਦੇ ਇਕੱਠਾ। ਲਓ ਜੀ ਸਾਰੇ ਜਣੇ ਹੈਰਾਨ ਹੋ ਗਏ ਵੀ ਭਾਈ ਤੈਨੂੰ ਤਾਂ ਠੱਗ ਲਿਆ। ਉਹ ਜਿਹੜਾ ਵੱਡਾ ਵਿਹਲਾ ਬੰਦਾ ਸੀ, ਬੁੜੀ ਦਾ ਮੁੰਡਾ ਜਿਹੜਾ ਇਕੱਲਾ ਹੀ ਸੀ, ਉਹ ਕਹਿੰਦਾ ਕਿੱਧਰ ਗਿਆ ਸੀ ਤੂੰ ਵੇਚਣ? ਕਹਿੰਦਾ ਕਿਤੇ ਠੱਗਾਂ ਦੇ ਤਾਂ ਨਹੀਂ ਜਾ ਵੜਿਆ? ਉਹ ਕਹਿੰਦਾ ਭਾਈ ਮੈਨੂੰ ਤਾਂ ਪਤਾ ਨਹੀਂ। ਕਹਿੰਦਾ ਫਿਰ ਕਿਹੜੇ ਰਾਹ ਗਿਆ ਸੀ? ਕਹਿੰਦਾ ਮੈਂ ਤਾਂ ਕੱਚੇ ਰਾਹ ਗਿਆ ਸੀ। ਉਹਨੇ ਭਾਈ ਐਂ ਕੀਤਾ, ਕਹਿੰਦਾ ਮੈਂ ਜਾਂਦਾ। ਉਹਨੇ ਬੁੜੀਆਂ ਵਾਲੇ ਕੱਪੜੇ ਪਾ ਲਏ ਅਤੇ ਹੱਥ 'ਚ ਲੈ ਲਈ ਡੰਗੋਰੀ ਅਤੇ ਤੁਰ ਪਿਆ। ਹੁਣ ਉਹੇ ਰਾਹ ਜਾਂਦਾ, ਫਿਰ ਉਹਨੂੰ ਠੱਗ ਪਹਿਲਾਂ ਟੱਕਰ ਗਿਆ। ਦਿਨ ਛਿਪਿਆ ਹੋਇਆ ਸੀ। ਕਹਿੰਦਾ ਮਾਈ ਤੂੰ ਕਿੱਥੇ ਜਾਣਾ? ਕਹਿੰਦੀ ਮੈਂ ਜਾਣਾ ਖੂਹ ਖਾਤੇ, ਜਿਹੜਾ ਲੈ ਜੇ ਕਹਿੰਦੀ ਉਹਦੇ ਨਾਲ ਚਲੀ ਜਾਣਾ। ਠੱਗ ਨੇ ਕਿਹਾ ਆਪਣੇ ਤਾਂ ਕੋਈ ਘਰ ਬੁੜੀ ਹੈ ਨਹੀਂ, ਰੋਟੀਆਂ ਪਕਾਉਣ ਨੂੰ ਇਹ ਠੀਕ ਆ। ਕਹਿੰਦਾ ਚੱਲ ਮਾਈ ਸਾਡੇ ਨਾਲ ਚੱਲ। ਕਹਿੰਦੀ ਲੈ ਚੱਲ ਭਾਈ। ਉਹਦੇ ਨਾਲ ਹੀ ਚਲਿਆ ਗਿਆ। ਹੁਣ ਭਾਈ ਜਦੋਂ ਘਰੇ ਗਏ ਤਾਂ ਉਹਨੂੰ ਬੁੜੇ ਕੋਲ ਲੈ ਗਏ। ਕਹਿੰਦੇ ਬਾਪੂ ਆਪਣੇ ਤਾਂ ਕੋਈ ਰੋਟੀ ਪਕਾਉਣ ਵਾਲਾ ਹੈ ਨਹੀਂ ਸੀਗਾ, ਇਹ ਲੱਭ ਗਈ, ਆਪਣੀ ਰੋਟੀਆਂ ਲਾਇਆ ਕਰੂਗੀ। ਉਹ ਕਹਿੰਦਾ ਫਿਰ ਤਾਂ ਮੌਜਾਂ ਲੱਗ ਗਈਆਂ। ਚਲੋ ਭਾਈ ਉਹ ਘਰੇ ਰਹਿ ਪਿਆ ਕਰਨ ਠੱਗਾਂ ਦੇ ਅਤੇ ਉਹ ਚਲੇ ਜਾਇਆ ਕਰਨ। ਅਗਲੇ ਦਿਨ ਸਵੇਰੇ ਫੇਰ ਉੱਠੇ। ਮੁੰਡੇ ਕਹਿੰਦੇ ਬਾਪੂ ਚੱਲੀਏ ਠੱਗੀ ਲਾਉਣ। ਉਹ ਕਹਿੰਦਾ ਤੁਸੀਂ ਜਾਓ ਮੈਂ ਘਰੇ ਹੀ ਰਹਿਣਾ। ਲਓ ਜੀ ਬੁੜਾ ਘਰੇ ਰਹਿ ਪਿਆ, ਮੁੰਡੇ ਚਲੇ ਗਏ। ਜਦੋਂ ਮੁੰਡੇ ਨਿਕਲ ਗਏ ਤਾਂ ਉਹੀ ਬੜੇ ਵਾਲੇ ਮੁੰਡੇ ਨੇ ਜਿਹਨੇ ਬੁੜੀਆਂ ਵਾਲੇ ਕੱਪੜੇ ਪਾਏ ਹੋਏ ਸੀ, ਬੁੜੇ ਨੂੰ ਫੜ ਲਿਆ ਅਤੇ ਜੂੰਡਿਆਂ ਨੂੰ ਬਟਾ ਦੇ ਕੇ ਥੰਮਲੇ ਨਾਲ ਬੰਨ੍ਹ ਲਿਆ। ਕਹਿੰਦਾ ਓਏ ਸਾਡੇ ਬੱਚੇ ਦੀ ਧੇਲੀ ਤੂੰ ਲਈ ਸੀ? ਕਹਿੰਦਾ ਤੂੰ ਬੱਚੇ ਵਾਲਾ? ਕਹਿੰਦਾ ਆਹੋ, ਹੋਰ ਪਰਤਿਆਵਾਂ? ਭਾਈ ਬੁੜਾ ਤਾਂ ਉਹਨੇ ਦੈੜ ਸੁੱਟਿਆ। ਬੁੜਾ ਕਹਿੰਦਾ ਆਹ ਚੱਕ ਪੈਸੇ ਅਤੇ ਐਂ ਕਰ, ਹੈ ਤਾਂ ਇਹ ਸਾਡੇ ਠੱਗੀਆਂ ਠੁੱਗੀਆਂ ਦੇ ਆ, ਪਰ ਮੈਨੂੰ ਛੱਡ ਦੇ ਤੂੰ। ਉਹ ਕਹਿੰਦਾ ਆਹ ਤਾਂ ਚੱਲ ਮੈਨੂੰ ਫੜਾ ਪੈਸੇ, ਪਰ ਇੱਕ ਵਾਰ ਮੈਂ ਫੇਰ ਆਊਂਗਾ। ਬੁੜਾ ਕਹਿੰਦਾ ਪਤੰਦਰਾ ਇੱਕ ਵਾਰੀ ਮਿਲਿਆ ਹੀ ਬਥੇਰਾ, ਦੁਬਾਰਾ ਨਾ ਮਿਲੀ। ਕਹਿੰਦਾ ਨਹੀਂ ਇੱਕ ਵਾਰ ਤੈਨੂੰ ਫੇਰ ਆ ਕੇ ਮਿਲੂੰਗਾ। ਉਹ ਭਾਈ ਆਪਣੇ ਘਰ ਆ ਗਿਆ ਅਤੇ ਆ ਕੇ ਉਹਨੇ ਪੈਸਾ ਵਾਪਸ ਫੜਾਤਾ ਆਪਣੇ ਚਾਰੇ ਭਰਾਵਾਂ ਨੂੰ। ਆਹ ਸਾਂਭੋ ਕਹਿੰਦਾ ਬੱਚੇ ਦੇ ਰੁਪਏ। ਦੂਏ ਦਿਨ ਭਾਈ ਉਹ ਫੇਰ ਜੋਗੀ ਬਣ ਗਿਆ, ਦਵਾਈਆਂ ਵਾਲਾ ਚਲਾ ਗਿਆ। ਜਾ ਕੇ ਦਿੱਤਾ ਹੋਕਾ, ਕੋਈ ਦਾਰੂ ਮੱਲਮ ਲੈਣੀ ਹੋਵੇ ਭਾਈ, ਜੇ ਕਿਸੇ ਦੇ ਸੱਟ ਚੋਟ ਲੱਗੀ ਹੋਵੇ, ਕੋਈ ਬੈਬਾਦੀ ਹੋਈ ਹੋਵੇ, ਕਿਸੇ ਦੇ ਗੋਡਿਆਂ 'ਚ ਦਰਦ ਰਹਿੰਦਾ ਹੋਵੇ, ਉਹ ਭਾਈ ਜਿਹੜੇ ਉਹ ਠੱਗ ਸੀ ਉਹ ਭੱਜ ਕੇ ਬਾਹਰ ਨਿਕਲੇ। ਕਹਿੰਦਾ ਬਾਬਾ ਉਰੇ ਆ। ਕਹਿੰਦਾ ਕੀ ਗੱਲ ਹੋ ਗਈ? ਕਹਿੰਦਾ ਸਾਡੇ ਬੁੜੇ ਦੇ ਸੱਟਾਂ ਲੱਗੀਆਂ ਨੇ, ਇਹਨੂੰ ਕੱਲ੍ਹ ਕੋਈ ਕੁੱਟ ਗਿਆ, ਇਹਨੂੰ ਦਵਾਈ ਦੇ। ਕਹਿਣ ਲੱਗਾ ਕੋਈ ਨਹੀਂ ਦੇ ਦਿੰਦੇ ਹਾਂ। ਭਾਈ ਉਹਨੇ ਫੇਰ ਉਹਨੂੰ ਦਵਾਈ ਦੇਤੀ ਅਤੇ ਨਾਲੇ ਹੱਥ ਲਾ ਕੇ ਦੇਖੇ, ਬਾਬਾ ਇੱਥੇ ਦਰਦ ਹੁੰਦਾ? ਉਹ ਕਹਿੰਦਾ ਹਾਂ ਇੱਥੇ ਵੀ ਹੁੰਦਾ। ਕਹਿੰਦਾ ਇੱਥੇ ਦਰਦ ਹੁੰਦਾ? ਕਿਉਂਕਿ ਕੁੱਟਿਆ ਤਾਂ ਉਹਨੇ ਆਪ ਹੀ ਸੀ, ਇਸ ਕਰਕੇ ਉਹਨੂੰ ਪਤਾ ਸੀ ਵੀ ਕਿੱਥੇ ਕਿੱਥੇ ਬਾਬੇ ਦੇ ਚੀਜ਼ਾਂ ਪੈਂਦੀਆਂ ਨੇ। ਲਓ ਜੀ ਐਂ ਕਰਕੇ ਉਹਨੇ ਉਹਨੂੰ ਦਵਾਈ ਦੇਤੀ। ਕਹਿੰਦੇ ਹੁਣ ਤੂੰ ਇਹ ਜਿਹੜੀ ਦਵਾਈ ਹੈ ਇਹ ਤਾਂ ਮੈਂ ਇੱਥੇ ਲਾਤੀ, ਪਰ ਹੋਰ ਖਾਣ ਨੂੰ ਦਵਾਈ ਲਿਆਓ, ਉਹ ਫਲਾਣੇ ਸ਼ਹਿਰ 'ਚੋਂ ਮਿਲੂਗੀ। ਉਹਨੇ ਭਾਈ ਮੁੰਡਿਆਂ ਨੂੰ ਦਵਾਈ ਲੈਣ ਤੋਰਤਾ। ਜਦੋਂ ਮੁੰਡੇ ਦਵਾਈ ਲੈਣ ਘਰੋਂ ਨਿਕਲ ਗਏ, ਉਹਨੇ ਬੁੜਾ ਫੇਰ ਫੜ ਲਿਆ, ਫੇਰ ਕੁੱਟਤਾ। ਬੁੜਾ ਕਹਿੰਦਾ ਤੂੰ ਕੌਣ ਆ? ਕਹਿੰਦਾ ਮੈਂ ਉਹੀ ਕੱਟੇ ਵਾਲਾ। ਕੁੱਟ ਕੇ ਤਾਂ ਜੀ ਉਹਨੇ ਬੁੜੇ ਦਾ ਬੁਰਾ ਹਾਲ ਕਰਤਾ। ਬੁੜਾ ਕਹਿੰਦਾ ਆਹ ਪਏ ਆ ਰੁਪਈਏ ਕੋਠੀ 'ਚ, ਹੋਰ ਸਾਡੇ ਕੋਲ ਕੁਝ ਹੈ ਨਹੀਂ, ਤੂੰ ਹੁਣ ਨਾ ਆਈ, ਆਹ ਲੈ ਜਾ ਸਭ ਕੁਝ ਜੋ ਲੈ ਕੇ ਜਾਣਾ। ਭਾਈ ਉਹਨੇ ਫੇਰ ਬੁੜੇ ਨੂੰ ਥੰਮਲੇ ਨਾਲ ਬੰਨ੍ਹ ਲਿਆ। ਜਦੋਂ ਮੁੰਡੇ ਉਹਦੇ ਆਏ ਅਤੇ ਦੇਖਦੇ ਆ, ਕਹਿੰਦੇ ਬਾਪੂ ਕੀ ਹੋ ਗਿਆ? ਉਹ ਕਹਿੰਦਾ ਪਤੰਦਰੋਂ ਉਹੀ ਕੱਟੇ ਵਾਲਾ ਸੀ ਉਹ, ਮੈਂ ਨਹੀਂ ਕਹਿੰਦਾ ਇੱਥੇ ਰਹਿਣਾ। ਉਹਨੇ ਤਾਂ ਮੈਨੂੰ ਕਹਿੰਦਾ ਇੱਕ ਵਾਰ ਫੇਰ ਕਹਿੰਦਾ ਕਹਿ ਗਿਆ ਮੈਂ ਤੈਨੂੰ ਫੇਰ ਮਿਲੂੰਗਾ, 2 ਵਾਰ ਤਾਂ ਕਹਿੰਦਾ ਮੈਨੂੰ ਕੁੱਟ ਗਿਆ। ਉਹ ਕਹਿੰਦੇ ਬਾਪੂ ਉਹ ਐਂ ਥੋੜ੍ਹਾ ਉਹ ਘੜੀ ਘੜੀ ਆ ਜਾਊਗਾ, ਐਂ ਚਿੰਤਾ ਨਾ ਕਰ। ਕਹਿੰਦਾ ਨਾ ਮੈਂ ਨਹੀਂ ਉਰੇ ਰਹਿਣਾ। ਕਹਿੰਦੇ ਚੰਗਾ ਬਾਪੂ ਤੈਨੂੰ ਲੈ ਚੱਲਦੇ ਹਾਂ। ਉਹਨਾਂ ਨੇ ਬਾਪੂ ਦਾ ਮੰਜਾ ਚੱਕਿਆ ਅਤੇ ਲੈ ਕੇ ਤੁਰ ਪਏ। ਹੁਣ ਵੱਡੇ ਵਾਲਾ ਮਗਰ ਲੱਗ ਗਿਆ। ਗਾਹਾਂ ਇੱਕ ਗੁਜਰ ਬੱਗ ਝਾੜਦਾ ਸੀ। ਉਹਨੂੰ ਕਹਿੰਦਾ ਓਏ ਤੂੰ ਕਿੰਨਾ ਕੁ ਭੱਜ ਲੈਂਦਾ? ਉਹ ਕਹਿੰਦਾ ਮੈਂ ਤਾਂ ਡਾਹ ਨਹੀਂ ਦਿੰਦਾ ਬੋਤਿਆਂ ਨੂੰ। ਕਹਿੰਦਾ ਔਰ ਉਹ ਜਿਹੜਾ ਮੰਜਾ ਚੱਕੀ ਜਾਂਦੇ ਆ, ਕਹਿੰਦਾ ਹਾਂ। ਕਹਿੰਦਾ ਇੱਕ ਵਾਰੀ ਉਹਨਾਂ ਦੇ ਕੋਲ ਦੀ ਐਂ ਕਹਿ ਕੇ ਲੰਘ ਜਾ ਕਿ ਬੱਚੇ ਦੀ ਇੱਕ ਧੇਲੀ, ਫਿਰ ਡਾਹ ਨਾ ਦਈ। ਕਹਿੰਦਾ ਨਹੀਂ ਤੇਰਾ ਮੈਂ ਮਲੀਦਾ ਕਰ ਦੇਣਗੇ। ਕਹਿੰਦਾ ਕੁੱਟ ਕੇ ਆਹ ਚੱਕ 5 ਰੁਪਈਏ। ਹੁਣ 5 ਰੁਪਈਏ 'ਚ ਉਹਨੂੰ ਲਾਲਚ ਆ ਗਿਆ।
ਉਹਨੇ ਕਿਹਾ, ਕਹਿੰਦਾ ਇਹ 'ਚ ਕਿਹੜਾ ਆਪਣਾ ਜ਼ੋਰ ਲੱਗਦਾ, ਮੈਂ ਤਾਂ ਕਹਿੰਦਾ ਡਾਹ ਕਿਸੇ ਨੂੰ ਦਿੰਦਾ ਹੀ ਨਹੀਂ ਹੁੰਦਾ। ਉਹਨੇ ਜੀ ਐਂ ਕੀਤਾ, ਨੇੜੇ ਜਾ ਕੇ ਕਹਿੰਦਾ, ਓਏ ਸਾਡੇ ਬੱਚੇ ਦੀ ਇੱਕ ਥੈਲੀ। ਉਹਨਾਂ ਚਾਰਾਂ ਨੇ ਮੰਜਾ ਤਾਂ ਉੱਥੇ ਹੀ ਸੁੱਟਤਾ ਅਤੇ ਉਹਦੇ ਮਗਰ ਹੋ ਲਏ ਵੀ ਆਹੀ ਹੈ ਜਿਹੜਾ ਸਾਡੇ ਬੁੜੇ ਨੂੰ ਕੁੱਟ ਕੇ ਜਾਂਦਾ। ਉਹ ਲਈ ਭੱਜ ਲਏ ਉਹਦੇ ਮਗਰ। ਜਦੋਂ ਮੁੰਡੇ ਦੇ ਛੋਟੇ ਜਵਾਕ ਦੇ ਮਗਰ ਭੱਜ ਲਏ, ਇੱਧਰੋਂ ਬੜੇ ਨੇ ਫੇਰ ਬੁੜਾ ਫੜ ਲਿਆ, ਕੁੱਟ ਕੇ ਬੁੜੇ ਦੀ ਕਰਾਤੀ ਬੱਸ। ਉਹ ਬੁੜਾ ਕਹਿੰਦਾ, ਹੁਣ ਦੱਸ, ਕਹਿੰਦਾ ਤੈਨੂੰ ਮੈਂ ਕਿਹਾ ਸੀ ਨਾ ਫੇਰ ਮਿਲੂੰਗਾ। ਲਓ ਜੀ, ਚਾਰੇ ਉਹਨਾਂ ਨੇ ਬੁੜੇ ਨੂੰ ਕਹਿੰਦਾ, ਦੱਸ ਮੈਨੂੰ ਅਤੇ ਹੋਰ ਤੇਰੇ ਕੋਲ ਹੈ ਕੀ ਹੈ। ਪਹਿਲਾਂ ਤਾਂ ਮੈਂ ਕਹਿੰਦਾ, ਬੁੜਾ ਕਹਿੰਦਾ ਤੂੰ ਤਾਂ ਮੇਰੇ ਤੋਂ ਸਾਰਾ ਮਾਲ ਹੀ ਲੈ ਲਿਆ। ਕਹਿੰਦਾ ਨਹੀਂ ਹੋਰ ਕੀ ਹੈ। ਕਹਿੰਦਾ ਹੁਣ ਤਾਂ ਮੇਰੇ ਕੋਲ 4 ਲਾਲ ਰਹਿ ਗਏ। ਕਿੱਥੇ ਨੇ? ਚਾਰੇ ਲਾਲ ਕਹਿੰਦਾ ਮੰਜੇ ਦੇ ਪਾਵਿਆਂ ਨਾਲ ਬੰਨੇ ਹੋਏ ਆ। ਬੁੜਾ ਕਹਿੰਦਾ ਕੱਢ ਲੈ, ਹੋਰ ਤਾਂ ਕੁਛ ਹੈ ਨਹੀਂ। ਉਹ ਕਹਿੰਦਾ ਕੋਈ ਗੱਲ ਨਹੀਂ, ਲਿਆ ਫੜਾ। ਲਓ ਜੀ, ਉਹਨੇ ਉਹ ਵੀ ਕੱਢ ਲਏ। ਬੁੜਾ ਬੰਨ੍ਹਤਾ ਉਹਨੇ ਫਿਰ ਮੰਜੇ ਨਾਲ। ਜਦੋਂ ਦੇ ਚਾਰੇ ਮੁੰਡੇ ਵਾਪਸ ਆਏ ਆ ਕੇ ਕਹਿੰਦੇ, ਬਾਪੂ ਆਹ ਕੀ ਹੋ ਗਿਆ? ਉਹ ਪਤੰਦਰੋ, ਤੁਸੀਂ ਕਹਿੰਦਾ ਉੱਧਰ ਐਵੇਂ ਹਵਾ ਮਗਰ ਹੀ ਭੱਜੀ ਗਏ, ਉਹ ਤਾਂ ਕਹਿੰਦਾ ਇੱਥੇ ਆ ਕੇ ਮੈਨੂੰ ਫੇਰ ਕੁੱਟ ਗਿਆ। ਕਹਿੰਦੀ, ਬਾਪੂ ਅਸੀਂ ਤਾਂ ਉਹਦੇ ਮਗਰ ਹੀ ਰਹੇ ਹਾਂ, ਉਹ ਇੱਧਰ ਕਿੱਧਰ ਆ ਗਿਆ? ਉਹ ਕਹਿੰਦਾ, ਉਹ ਤਾਂ ਤੁਸੀਂ ਕਿਸੇ ਹੋਰ ਮਗਰ ਲੱਗ ਗਏ, ਉਹ ਤਾਂ ਮੈਨੂੰ ਆ ਕੇ ਕੁੱਟ ਵੀ ਗਿਆ, ਲਾਲ ਵੀ ਲੈ ਗਿਆ ਅਤੇ ਮੈਨੂੰ ਮੰਜੇ ਨਾਲ ਵੀ ਬੰਨ੍ਹ ਗਿਆ। ਲਓ ਭਾਈ, ਉਹ ਚਾਰੇ ਠੱਗ ਬਾਪੂ ਨੂੰ ਚੱਕ ਕੇ ਘਰ ਵਾਪਸ ਆ ਗਏ ਅਤੇ ਇੱਧਰੋਂ ਇਹ ਆਪਣੇ ਦੂਏ ਭਰਾਵਾਂ ਨੂੰ ਜਾ ਕੇ ਚਾਰੇ ਲਾਲ ਦਿੱਤੇ ਅਤੇ ਹੁਣ ਇਹ ਸਾਰੇ ਭਰਾ ਮੌਜਾਂ ਕਰਦੇ ਆ। ਨਾਲੇ ਜਿਹੜਾ ਬੇਲੜ ਸੀ ਉਹਦੀ ਵੀ ਘਰ 'ਚ ਕਦਰ ਹੋ ਗਈ। ਸੋ ਇਹ ਸੀ ਅੱਜ ਦੀ ਕਹਾਣੀ ਕਿ ਠੱਗਾਂ ਦਾ ਪੀਰ ਨਿਕਲਿਆ ਬੰਦਾ। ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਵਾਸਤੇ ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਇਹੋ ਜਿਹੀ ਇੱਕ ਹੋਰ ਕਹਾਣੀ ਦੇ ਨਾਲ। ਤਦ ਤੱਕ ਲਈ ਸ਼ੁਕਰੀਆ, ਮਿਹਰਬਾਨੀ, ਸੱਤੇ ਖੈਰਾ।